41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ ਇੱਕ ਤਾਂ ਜਿਹੜੀਆਂ ਸਰਕਾਰੀ ਤੌਰ ਤੇ ਲੋਕਾਂ ਨੂੰ ਪਈਆਂ ਨੇ। ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਹੈ, ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਹੈ। ਜੇ ਕਾਨੂੰਨ ਬਣਾ ਕੇ ਕਿਤਾਬਾਂ 'ਚ ਤੁਸੀਂ ਰੱਖਦੇ ਹੋ, ਉਸ ਨੂੰ ਲਾਗੂ ਨਾ ਕਰੋ ਤਾਂ ਫਿਰ ਉਸ ਕਾਨੂੰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਤੇ ਰਾਜਸਥਾਨ ਦੇ ਹਿੱਸੇ ਦੇ ਵਿੱਚ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਉੱਥੇ ਮਿਲਦਾ ਕੀ ਹੈ ਸਾਨੂੰ? ਕੈਂਸਰ ਵਰਗੀਆਂ ਤੇ ਕਾਲੇ ਪੀਲੇ ਵਰਗੀਆਂ ਬਿਮਾਰੀਆਂ ਉੱਥੇ ਮਿਲਦੀਆਂ। ਪੰਜਾਬ ਦੇ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਚੋਣਾਂ ਲੜ ਰਹੀਆਂ ਨੇ। ਚੋਣਾਂ ਦਾ ਜਿਹੜਾ ਹੈ ਇਸ ਵੇਲੇ ਬਿਗਲ ਵੱਜ ਚੁੱਕਿਆ ਤੇ 20 ਫਰਵਰੀ ਨੂੰ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਵੱਖੋ-ਵੱਖ ਪਾਰਟੀਆਂ ਨੇ ਮੈਨੀਫੈਸਟੋ ਕੁਝ ਦਿਨਾਂ ਦੇ ਵਿੱਚ ਦੇ ਦੇਣੇ ਆ, ਪਰ ਲੋਕ ਲੁਭਾਵਣੇ ਵਾਅਦੇ ਜਿਹੜੇ ਆ ਬਹੁਤ ਸਾਰੇ ਕੀਤੇ ਜਾ ਰਹੇ ਆ। ਕੋਈ 1000 ਰੁਪਏ ਦੇ ਰਿਹਾ, ਕੋਈ 2000, ਕੋਈ ਖੰਡ ਪੱਤੀ ਚੀਨੀ ਤੇ ਕੋਈ ਹੋਰ ਬਹੁਤ ਸਾਰੇ ਵਾਅਦੇ ਜਿਹੜੇ ਆ ਉਹ ਕੀਤੇ ਜਾ ਰਹੇ ਨੇ। ਵਾਅਦਿਆਂ ਦੇ ਵਿੱਚੋਂ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਹਿੰਦੇ ਆ ਕਿ ਜਿਹੜੇ ਵਾਅਦੇ ਰਾਜਨੀਤਿਕ ਪਾਰਟੀਆਂ ਕਰ ਰਹੀਆਂ ਨੇ ਉਹ ਸਿਰਫ ਤੇ ਸਿਰਫ ਵੋਟਾਂ ਇਕੱਠੀਆਂ ਕਰਨ ਦੇ ਲਈ ਨੇ, ਜਦਕਿ ਪੰਜਾਬ ਦੇ ਜਿਹੜੇ ਸੰਜੀਦਾ ਮੁੱਦੇ ਆ ਕੁਝ ਹੋਰ ਹੀ ਨੇ, ਉਹਨਾਂ ਦੇ ਉੱਤੇ ਰਾਜਨੀਤਿਕ ਪਾਰਟੀਆਂ ਨਹੀਂ ਆ ਰਹੀਆਂ। ਅੱਜ ਜਿਹੜੇ ਮੁੱਦਿਆਂ ਦੀ ਆਪਾਂ ਗੱਲਬਾਤ ਕਰਾਂਗੇ, ਪੰਜਾਬ ਦੇ ਜਿਹੜੇ ਸੰਜੀਦਾ ਮੁੱਦੇ ਇਸ ਵੇਲੇ ਕੀ ਹੋਣੇ ਚਾਹੀਦੇ ਨੇ ਉਹਨਾਂ ਨੂੰ ਲੈ ਕੇ ਸਾਡੇ ਨਾਲ ਅੱਜ ਵਿਸ਼ੇਸ਼ ਮਹਿਮਾਨ ਜਿਹੜੇ ਆ ਜੁੜੇ ਹੋਏ ਆ। ਸਾਡੇ ਨਾਲ ਸਭ ਤੋਂ ਪਹਿਲਾਂ ਮੋਹਨ ਸ਼ਰਮਾ ਨੇ, ਡਾਇਰੈਕਟਰ ਨੇ ਨਸ਼ਾ ਛੁਡਾਊ ਕੇਂਦਰ ਦੇ, ਲੇਖਕ ਨੇ, ਸਾਹਿਤਕਾਰ ਨੇ, ਸਟੇਟ ਅਵਾਰਡੀ ਨੇ। ਉਸ ਤੋਂ ਬਾਅਦ ਸਾਡੇ ਨਾਲ ਮਹਿੰਦਰ ਸਿੰਘ ਪਾਵਾ ਨੇ, ਐਡੀਸ਼ਨਲ ਸੈਸ਼ਨ ਜੱਜ ਰਿਟਾਇਰ ਨੇ। ਮਹਿੰਦਰ ਸਿੰਘ ਪਾਵਾ ਕਾਨੂੰਨ ਦੇ ਉੱਤੇ ਆਪਾਂ ਕਹੀਏ ਤਾਂ ਬਹੁਤ ਮਹਾਰਤ ਰੱਖਦੇ ਆ, ਪਕੜ ਰੱਖਦੇ ਆ। ਉਸ ਤੋਂ ਬਾਅਦ ਪਾਲਾਮਲ ਸਿੰਗਲਾ ਪੈਨਸ਼ਨਰ ਜਥੇਬੰਦੀ ਦੀ ਜਿਹੜੀ ਹੈ ਅਗਵਾਈ ਕਰ ਰਹੇ ਨੇ। ਉਸ ਦੇ ਨਾਲ ਨਾਲ ਜਿਹੜੀ ਆ ਬਜ਼ੁਰਗਾਂ ਦੀ ਸੰਸਥਾ ਸੰਗਰੂਰ ਦੇ ਵਿੱਚ ਸੀਨੀਅਰ ਸਿਟੀਜ਼ਨ ਸੰਸਥਾ, ਬਹੁਤ ਵੱਡੀ ਸੰਸਥਾ ਮੰਨੀ ਜਾਂਦੀ ਹੈ ਬੁੱਧੀਜੀਵੀ ਲੋਕਾਂ ਦੀ, ਉਸ ਦੀ ਅਗਵਾਈ ਕਰ ਰਹੇ ਨੇ, ਉਸ ਦੇ ਪ੍ਰਧਾਨ ਨੇ। ਤੇ ਨਾਲ ਹੀ ਸਵਰਨਜੀਤ ਜੀ ਨੇ। ਸਵਰਨਜੀਤ ਜੀ ਗੱਲ ਕਰਾਂ ਤਾਂ ਸਵਰਨਜੀਤ ਜੀ ਉਹ ਸ਼ਖਸ ਨੇ ਜਦੋਂ ਵੀ ਸੰਗਰੂਰ ਦੇ ਅੰਦਰ ਕਿਸੇ ਲਹਿਰ ਦੀ ਗੱਲ ਹੁੰਦੀ ਹੈ, ਕਿਸੇ ਲਹਿਰ ਦਾ ਆਗਾਜ਼ ਹੁੰਦਾ, ਕੋਈ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਸਵਰਨਜੀਤ ਤੋਂ ਪਹਿਲਾ ਚਿਹਰਾ ਹੁੰਦੇ ਨੇ ਜਿਹੜੇ ਉਹਨਾਂ ਲੋਕਾਂ ਦੇ ਨਾਲ ਖੜੇ ਦਿਖਾਈ ਦਿੰਦੇ ਨੇ। ਸਭ ਤੋਂ ਪਹਿਲਾਂ ਮੁੱਦਿਆਂ ਦੇ ਲਈ ਆਪਾਂ ਚੱਲਦੇ ਹਾਂ, ਮੋਹਨ ਸ਼ਰਮਾ ਜੀ ਨਾਲ ਗੱਲਬਾਤ ਕਰ ਲੈਂਦੇ ਹਾਂ। ਸ਼ਰਮਾ ਜੀ, ਵੋਟਾਂ ਆ ਗਈਆਂ ਨੇ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਨੇ, ਲੋਕਾਂ ਦੇ ਨਾਲ ਵਾਅਦੇ ਕੀਤੇ ਜਾ ਰਹੇ ਨੇ। ਤੁਸੀਂ ਕੀ ਸਮਝਦੇ ਹੋ, ਜਿਹੜੇ ਵਾਅਦੇ ਹੋ ਰਹੇ ਨੇ ਉਹ ਪੰਜਾਬ ਦੇ ਅਸਲ ਮੁੱਦੇ ਨੇ ਜਾਂ ਫਿਰ ਪੰਜਾਬ ਦੇ ਅਸਲ ਮੁੱਦੇ ਕੁਝ ਹੋਰ ਨੇ? ਦੇਖੋ, ਜਿੱਥੋਂ ਤੱਕ ਤਾਂ ਮੁੱਦਿਆਂ ਦਾ ਸੰਬੰਧ ਹੈ, ਮੁੱਦੇ ਬਣ ਕੇ ਨਾ ਉਹ ਬਾਅਦ 'ਚ ਸੱਤਾ ਪ੍ਰਾਪਤੀ ਵਾਸਤੇ ਇਹਨਾਂ ਵਾਸਤੇ ਸਾਧਨ ਬਣੇ ਨੇ। ਮੁੱਦੇ ਕਹੇ ਮੁੱਦੇ ਗਏ ਨੇ। ਜਿਸ ਤਰੀਕੇ ਨਾਲ ਜਿਹੜਾ ਮੈਂ ਜਿਸ ਵਿਸ਼ੇ ਨਾਲ ਸੰਬੰਧਿਤ ਹੈ ਸੇਵਾ ਕਰ ਰਿਹਾ ਇੱਕ ਨਸ਼ਾ ਛੁਡਾਊ ਕੇਂਦਰ ਦੇ ਤੌਰ 'ਤੇ, ਜੇ ਨਸ਼ਿਆਂ ਦੀ ਗੱਲ ਕਰਦਾ ਮੈਂ ਤਾਂ ਇਸ ਤਰੀਕੇ ਦੀ ਪੰਜਾਬ ਦੀ ਸਥਿਤੀ ਹੈ ਇਸ ਵੇਲੇ ਵਰਤਮਾਨ ਜਿਵੇਂ ਇੱਕ ਗੁਬਾਰਾ ਅਣਗਿਣਤ ਸੂਈਆਂ ਦੀ ਨੋਕ 'ਤੇ ਖੜਾ ਹੋਵੇ। ਸੂਈਆਂ ਨਿਕਲ ਜਾਣ ਤਾਂ ਗੁਬਾਰਾ ਜਿਹੜਾ ਉਹ ਬਿਲਕੁਲ ਹੀ ਖਤਮ ਹੋ ਜਾਏਗਾ। ਉਸ ਤਰੀਕੇ ਦੀ ਸਥਿਤੀ ਹੈ ਪੰਜਾਬ ਦੀ ਇਸ ਵੇਲੇ। ਜੇ ਅਸੀਂ ਮੈਂ ਮਾਲਵਾ, ਮਾਝਾ ਅਤੇ ਦੁਆਬੇ ਦੀ ਗੱਲ ਕਰ ਲਵਾਂ ਵੈਸੇ ਤਾਂ ਜਿਹੜਾ ਮਾਲਵਾ ਜਿੱਥੇ ਉਹ ਆਪਾਂ ਹੁਣ ਗੱਲ ਕਰ ਰਹੇ ਹਾਂ ਸੰਗਰੂਰ ਤੋਂ, ਸਥਿਤੀ ਇਹ ਹੈ ਕਿ 100 ਦੇ ਵਿੱਚੋਂ 61 ਘਰਾਂ 'ਚ ਨਸ਼ਾ ਘੁਸਪੈਠ ਕਰ ਚੁੱਕਿਆ। ਮਾਲਵਾ ਤੋਂ ਬਾਅਦ ਜੇ ਮਾਝੇ ਵੱਲ ਅਸੀਂ ਜਾਂਦੇ ਹਾਂ ਤਾਂ ਉੱਥੇ 100 ਦੇ ਵਿੱਚੋਂ 68 ਘਰਾਂ 'ਚੋਂ ਨਸ਼ਿਆਂ ਕਾਰਨ ਕੀਰਨੀਆਂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਅਤੇ ਤੀਸਰਾ ਦੁਆਬਾ ਹੈ, ਮਾਝਾ ਹੈ, ਉੱਥੇ 64% ਲੋਕਾਂ ਦੇ ਘਰਾਂ 'ਚ ਨਸ਼ਾ ਘੁਸਪੈਠ ਕਰ ਚੁੱਕਿਆ। ਇੱਕ ਤਾਂ ਇਹ ਸਥਿਤੀ ਹੈ ਇਸ ਵੇਲੇ। ਪਿਛੋਕੜ ਵੱਲ ਜੇ ਮੈਂ ਜਾਣਾ, ਜਦੋਂ ਮੈਂ ਇਹ ਕਹਿਣਾ ਕਿ ਇਹ ਜਿਹੜਾ ਵੀ ਇਸ ਵੇਲੇ ਸੱਤਾ ਪ੍ਰਾਪਤੀ ਕਰਨ ਲਈ ਸਾਧਨ ਬਣਿਆ ਹੈ, ਇਹਨੂੰ ਮੁੱਦਾ ਪੇਸ਼ ਕਰਤਾ ਬਣ ਗਿਆ ਇਹ ਸਾਧਨ ਹੈ। ਜੇ 2017 ਦੇ ਪਿਛੋਕੜ 'ਚ ਅਸੀਂ ਜਾਂਦੇ ਹਾਂ ਤਾਂ ਨਸ਼ਾ ਜਿਹੜਾ ਇੱਕ ਅਹਿਮ ਮੁੱਦਾ ਸੀ। ਕੀਰਨੀਆਂ ਦੀਆਂ ਆਵਾਜ਼ਾਂ ਘਰ ਘਰ 'ਚੋਂ ਆ ਰਹੀਆਂ ਸੀ। ਉਸ ਵੇਲੇ ਜਿਹੜੇ ਸੱਤਾ 'ਚ ਹੈਗੇ ਸੀ ਉਹਨਾਂ ਤੋਂ ਲੋਕਾਂ ਨੇ, ਵਿਧਵਾਵਾਂ ਨੇ ਤਾਂ ਮੰਗੀਆਂ ਸੀ ਚਿੱਟੀਆਂ ਚੁੰਨੀਆਂ, ਅਤੇ ਜਿਹੜੇ ਦੂਜੇ ਪਬਲਿਕ ਵਾਲੇ ਸੀ ਉਹਨਾਂ ਨੇ ਇਹਨਾਂ ਨੂੰ ਮਿਹਣਾ ਮਾਰਦੇ ਹੋਏ ਕਿਹਾ ਸੀ ਕਿ ਸਾਡੇ ਵਾਸਤੇ ਇਸ ਵੇਲੇ ਹਰ ਰੋਜ਼ 4-5 ਸਾਡੇ ਨੌਜਵਾਨ ਨੇ ਜਿਹੜੇ ਸ਼ਮਸ਼ਾਨ ਭੂਮੀ ਜਾ ਰਹੇ ਨੇ, ਸਿਵਿਆਂ ਜਾ ਰਹੇ ਨੇ, ਸਾਡੇ ਇੱਕ ਤਾਂ ਸਿਵੇ ਮੋਕਲੇ ਕਰ ਦਿਓ, ਇੱਕ ਇੱਥੇ ਲੱਕੜਾਂ ਰਖਾ ਦਿਓ। ਇਹ ਸਥਿਤੀ ਸੀ ਉਸ ਵੇਲੇ। ਅਤੇ ਉਸ ਸਥਿਤੀ ਨੂੰ ਜਿਹੜਾ ਭਾਂਪਿਆ ਕਾਂਗਰਸ ਨੇ 2017 'ਚ, ਜਦੋਂ ਅਸੀਂ ਖੁੱਲ੍ਹੇ ਤੌਰ 'ਤੇ ਇਹ ਗੱਲ ਕਰਦੇ ਹਾਂ ਕਿ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਬਠਿੰਡੇ ਦੇ ਵਿੱਚ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਜਿਹੜਾ ਇਹ ਕਿਹਾ ਸੀ ਕਿ ਹਫ਼ਤੇ ਦੇ ਅੰਦਰ ਅੰਦਰ ਪੰਜਾਬ ਨਸ਼ਾ ਮੁਕਤ ਹੋ ਜਾਏਗਾ। ਪੰਜਾਬ ਨਸ਼ਾ ਮੁਕਤ ਹੋਣ ਤੋਂ ਬਾਅਦ ਇਹ ਵੀ ਕਿਹਾ ਕਿ ਮੈਂ ਨਸ਼ੇ ਦਾ ਲੱਕ ਤੋੜ ਦਾਂਗਾ। ਲੱਕ ਕੋਈ ਨਹੀਂ ਟੁੱਟਿਆ।
ਕਾਂਗਰਸ ਮਿਨਿਸਟਰੀ 'ਚ ਲੱਕ ਹੈ ਜਿਹੜਾ, ਬਲਕਿ ਮੜਕ ਕੇ ਲੋਕ ਮਤਲਬ ਨਸ਼ੇ ਦੀ ਚਾਲ ਚੱਲੀ ਹੈ। ਜੇ ਸਥਿਤੀ ਜਿਹੜੀ, ਮੈਂ ਫਿਰ ਦੁਬਾਰਾ ਇਸ ਗੱਲ ਨੂੰ ਦੁਹਰਾਉਣਾ ਕਿ ਜਿਹੜੇ ਇਸ ਵੇਲੇ ਜਿਹੜੇ ਅਸੀਂ ਦੇਖਿਆ ਕਾਂਗਰਸ ਮਿਨਿਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਸੰਭੂ ਬਾਰਡਰ ਦੇ ਲਾਗੇ ਫੈਕਟਰੀ ਫੜੀ ਗਈ ਕਾਂਗਰਸ ਮਿਨਿਸਟਰੀ 'ਚ ਹੀ, ਖੰਨੇ ਲਾਗੇ ਫੈਕਟਰੀ ਫੜੀ ਗਈ। ਉਸ ਤੋਂ ਬਾਅਦ ਬਾਦਲ ਪਿੰਡ 'ਚ ਬਾਗਚੀ ਫੈਕਟਰੀ ਲੱਗੀ ਹੋਈ ਸੀ, ਨਜਾਇਜ਼ ਫੈਕਟਰੀ ਲੱਗੀ ਹੋਈ ਸੀ। ਇਹ ਤੇ ਅੰਮ੍ਰਿਤਸਰ ਦੇ ਵਿੱਚ ਨਜਾਇਜ਼ ਸਮੈਕ ਦੀ ਫੈਕਟਰੀ ਫੜੀ ਗਈ। ਇਹ ਤਾਂ ਆਮ ਸੀ ਕਿ ਇਹ ਤਾਂ ਇੱਕ ਚੀਜ਼ ਤਾਂ ਇਹ ਹੋਈ। ਜਿਹੜਾ ਘਰਾਂ 'ਚ ਵੀ ਯਾਨੀ ਫੈਕਟਰੀਆਂ ਖੁੱਲ੍ਹ ਗਈਆਂ ਸੀ ਇਸ ਦੀਆਂ। ਦੂਜਾ ਜਿਹੜਾ ਸ਼ਰਾਬ ਦੇ ਠੇਕੇ ਨੇ, 41 ਕਰੋੜ ਸ਼ਰਾਬ ਦੀਆਂ ਬੋਤਲਾਂ ਨੇ, ਇੱਕ ਤਾਂ ਜਿਹੜੀਆਂ ਸਰਕਾਰੀ ਤੌਰ 'ਤੇ ਲੋਕਾਂ ਨੂੰ ਪਈਆਂ ਨੇ, 41 ਕਰੋੜ ਸ਼ਰਾਬ ਦੀਆਂ ਉਹ ਬੋਤਲਾਂ ਨੇ। ਜਿਹੜੀਆਂ ਤੁਹਾਨੂੰ ਕਹਿਤਾ ਵੀ 3000 ਜਗ੍ਹਾ ਤੋਂ ਓਪਨਲੀ ਫੜੀਆਂ ਗਈਆਂ ਨੇ ਫੈਕਟਰੀਆਂ ਨਜਾਇਜ਼, ਉਹ ਅਲੱਗ। ਜਿਹੜੀ ਹਰਿਆਣੇ 'ਚੋਂ ਸ਼ਰਾਬ ਆਉਂਦੀ ਰਹੀ ਉਹ ਅਲੱਗ, ਜਿਹੜੀ ਚੰਡੀਗੜ੍ਹ ਤੋਂ ਆਉਂਦੀ ਰਹੀ ਉਹ ਅਲੱਗ। ਜਿਹੜੀਆਂ 41 ਕਰੋੜ ਸ਼ਰਾਬ ਦੀਆਂ ਬੋਤਲਾਂ, ਇਕੱਲੀਆਂ ਮੈਂ ਸਰਕਾਰੀ ਤੌਰ 'ਤੇ ਗੱਲ ਕਰਦਾ, ਜਿਹੜੀਆਂ 41 ਕਰੋੜ ਸ਼ਰਾਬ ਦੀਆਂ ਬੋਤਲਾਂ ਪਾਈਆਂ ਗਈਆਂ, ਉਹਦੀ ਕਿੰਨੀ ਬਣਦੀ ਹੈ 41 ਕਰੋੜ ਦੀਆਂ? ਇਹ ਮੰਨੋ ਕਿ 12000 ਲੀਟਰ ਵਾਲੀ ਜਿਹੜੇ ਟੈਂਕਰ ਖੜ੍ਹੇ ਹੁੰਦੇ ਨੇ ਪੈਟਰੋਲ ਪੰਪ ਦੇ ਉੱਤੇ, ਜੇ ਉਹ 41 ਕਰੋੜ ਸ਼ਰਾਬ ਦੀਆਂ ਬੋਤਲਾਂ ਉਹਨਾਂ 12000 ਲੀਟਰ ਵਾਲੇ ਟੈਂਕਰਾਂ 'ਚ ਭਰੀਆਂ ਜਾਣ ਤਾਂ 15291 ਟੈਂਕਰ ਭਰੇ ਜਾਣਗੇ। ਅਤੇ 15291 ਟੈਂਕਰਾਂ ਦੀ ਜੇ ਲੰਬੀ ਲਾਈਨ ਲਾ ਦਈਏ ਤਾਂ 162 ਕਿਲੋਮੀਟਰ ਲੰਬੀ ਲਾਈਨ ਬਣੇਗੀ। ਅਤੇ ਉਹਨਾਂ ਨੂੰ ਜੇ 162 ਕਿਲੋਮੀਟਰ ਲੰਬੀ ਲਾਈਨ ਵਾਲੇ ਟੈਂਕਰਾਂ ਨੂੰ ਜੇ ਡੋਲ ਦਈਏ ਤਾਂ ਸਥਿਤੀ ਇਹ ਬਣੀ ਹੋਈ ਹੈ ਕਿ ਪਿੰਡਾਂ ਵਿੱਚ ਰਹੇ ਨਾ ਏਕੇ, ਥਾਂ ਗਲੀ ਵਿੱਚ ਠੇਕੇ। ਬੰਦਾ ਜਿਹੜੇ ਪਾਸੇ ਦੇਖੇ ਰੰਗ ਗੁਲਾਬੀ ਹੁੰਦਾ ਹੈ। ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਹੈ, ਡੁੱਬੇ ਹੋਏ ਨੇ ਲੋਕ। ਇਹ ਹੈ ਸਥਿਤੀ। ਬਹੁਤ ਧੰਨਵਾਦ ਸ਼ਰਮਾ ਜੀ। ਆਪਾਂ ਪਾਵਾ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ। ਪਾਵਾ ਸਾਹਿਬ, ਕਾਨੂੰਨ ਦੀ ਬਹੁਤ ਮਹਾਰਤ ਰੱਖਦੇ ਹੋ, ਪਕੜ ਹੈ ਤੁਹਾਡੀ। ਜਿਸ ਤਰ੍ਹਾਂ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ 162 ਕਿਲੋਮੀਟਰ ਲੰਬੀ ਜੇਕਰ ਟੈਂਕਰਾਂ ਦੀ ਲਾਈਨ ਲਗਾਈ ਜਾਵੇ ਤਾਂ ਉਹ ਸ਼ਰਾਬ ਦੇ ਟੈਂਕਰਾਂ ਦੀ ਲੱਗ ਸਕਦੀ ਹੈ। ਪਿੰਡਾਂ ਦੇ ਪਿੰਡ ਜਿਹੜੇ ਆ ਜੇ ਡੋਲਦੀ ਹੈ ਤਾਂ ਡੁੱਬ ਸਕਦੇ ਆ ਸ਼ਰਾਬ ਦੇ ਵਿੱਚ। ਇਹ ਕੇਵਲ ਸ਼ਰਾਬ ਦੀ ਗੱਲ ਆ, ਹੋਰ ਬਹੁਤ ਸਾਰੇ ਨਸ਼ੇ ਨੇ ਜਿਹੜੇ ਉਹ ਇਸ ਵੇਲੇ ਪੰਜਾਬ ਦੇ ਵਿੱਚ ਆਪਾਂ ਕਹਿ ਲਈਏ ਕਿ ਨੌਜਵਾਨਾਂ ਦੇ ਸਿਰ ਚੜ੍ਹ ਬੋਲ ਰਹੇ ਨੇ। ਤੁਸੀਂ ਕੀ ਸਮਝਦੇ ਹੋ ਕਿ ਕਾਨੂੰਨ ਹੀ ਜਿਹੜਾ ਹੈ ਉਹ ਇਹਨਾਂ 'ਤੇ ਨੱਥ ਪਾਵੇਗਾ, ਜਾਂ ਫਿਰ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦਾ ਵੀ ਕੋਈ ਫਰਜ਼ ਬਣਦਾ, ਜਾਂ ਉਹਨਾਂ ਦੇ ਵੀ ਏਜੰਡੇ 'ਤੇ ਇਹ ਗੱਲਾਂ ਹੋਣੀਆਂ ਚਾਹੀਦੀਆਂ? ਦੇਖੋ, ਜਿੱਥੋਂ ਤੱਕ ਨਸ਼ੇ ਦੀ ਗੱਲ ਹੈ, ਨਸ਼ਾ ਪੰਜਾਬ ਵਿੱਚ ਲਾ ਲਓ ਜਾਂ ਸਾਰੀ ਦੁਨੀਆ ਵਿੱਚ ਲਾ ਲਓ, ਕੋਈ ਅੱਜ ਤੋਂ ਨਹੀਂ ਚੱਲਣ ਲੱਗਿਆ, ਸਦੀਆਂ ਪੁਰਾਣਾ ਸਿਸਟਮ ਚੱਲਿਆ ਆ ਰਿਹਾ ਹੈ। ਅਤੇ ਨਸ਼ੇ 'ਤੇ ਕੰਟਰੋਲ ਕਰਨ ਵਾਸਤੇ ਵੀ ਸਦੀਆਂ ਤੋਂ ਹੀ ਕਾਨੂੰਨ ਬਣਦੇ ਆ ਰਹੇ ਨੇ। 1878 'ਚ ਕਾਨੂੰਨ ਬਣਾਇਆ ਸੀਗਾ ਅਫੀਮ ਐਕਟ ਦੇ ਖਿਲਾਫ। 1914 'ਚ ਕਾਨੂੰਨ ਬਣਾਇਆ ਸੀਗਾ ਸ਼ਰਾਬ ਦੀ ਵਿਕਰੀ ਦੇ ਬਾਰੇ ਵਿੱਚ। ਉਦੋਂ ਬੜੀ ਥੋੜ੍ਹੀ ਸਜ਼ਾ ਹੁੰਦੀ ਸੀਗੀ। 1878 ਵਾਲੇ ਕਾਨੂੰਨ ਦੇ ਮੁਤਾਬਕ ਵੱਧ ਤੋਂ ਵੱਧ 3 ਸਾਲ ਦੀ ਸਜ਼ਾ ਹੁੰਦੀ ਸੀ। ਭਾਵੇਂ ਤੁਹਾਡੇ ਕੋਲੇ ਪੀਪਾ ਅਫੀਮ ਦਾ ਫੜਿਆ ਜਾਵੇ, ਭਾਵੇਂ ਤੁਹਾਡੇ ਕੋਲੇ ਟਰੱਕ ਅਫੀਮ ਦਾ ਫੜਿਆ ਜਾਵੇ, ਬੋਰੀਆਂ ਭੁੱਕੀ ਦੀਆਂ ਫੜੀਆਂ ਜਾਣ ਤਾਂ 3 ਸਾਲ ਤੋਂ ਵੱਧ ਸਜ਼ਾ ਨਹੀਂ ਸੀ ਹੁੰਦੀ ਹੈਗੀ। ਜਦੋਂ ਨਸ਼ੇ ਦਾ ਪ੍ਰਭਾਵ ਦੇਖਿਆ ਵੀ ਜ਼ਿਆਦਾ ਫੈਲ ਰਿਹਾ ਹੈ, ਇਸ ਨੂੰ ਕਾਬੂ ਕੀਤਾ ਜਾਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜਿਹੜਾ ਇਲਾਜ ਹੁੰਦਾ ਹੈ ਉਹ ਕਾਨੂੰਨ ਦੀ ਸਖਤੀ ਕਰਨ ਵਾਲਾ ਹੁੰਦਾ ਹੈ, ਕਿਉਂਕਿ ਜੇ ਇਹ ਕੰਮ ਕਾਨੂੰਨ ਨਾਲ ਹੋ ਜਾਵੇ ਉਹ ਜ਼ਿਆਦਾ ਵਧੀਆ ਹੁੰਦਾ ਹੈ, ਲੋਕਾਂ ਦੇ ਡਰ ਨਾਲ ਹੋ ਜਾਵੇ ਵਧੀਆ ਹੁੰਦਾ ਹੈ। 1985 'ਚ ਕਾਨੂੰਨ ਬਣਾਇਆ ਨਸ਼ੇ ਵਿਰੋਧੀ ਵਸਤਾਂ ਬਾਰੇ ਅਤੇ ਡਰੱਗਜ਼ ਬਾਰੇ। 1930 ਵਾਲੇ ਕਾਨੂੰਨ ਨੂੰ ਰੱਦ ਕੀਤਾ, ਜਿਹੜਾ ਕਿ ਡੇਂਜਰਸ ਡਰੱਗ ਐਕਟ ਵਾਲਾ ਸੀਗਾ। 1878 ਵਾਲੇ ਓਪੀਅਮ ਕਾਨੂੰਨ ਨੂੰ ਵੀ ਰੱਦ ਕੀਤਾ। ਐਕਸਾਈਜ਼ ਐਕਟ, ਜਿਹੜਾ ਸ਼ਰਾਬ ਦੀਆਂ ਬੋਤਲਾਂ 'ਤੇ ਵੀ ਪਹਿਲਾਂ ਸਜ਼ਾ ਸੀ ਬੜੀ ਘੱਟ ਹੁੰਦੀ ਸੀਗੀ, ਉਹਦੀ ਵੀ ਸਖਤੀ ਕਰਨ ਵਾਸਤੇ 2019 'ਚ ਅਮੈਂਡਮੈਂਟਾਂ ਕੀਤੀਆਂ ਗਈਆਂ, ਸਖਤ ਸਜ਼ਾਵਾਂ ਕੀਤੀਆਂ ਗਈਆਂ। ਜਿੱਥੇ ਪਹਿਲਾਂ 5000 ਰੁਪਏ ਜੁਰਮਾਨੇ ਤੱਕ ਦੀ ਸਜ਼ਾ ਹੁੰਦੀ ਸੀ, ਉੱਥੇ 10 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਦਾ ਪ੍ਰਵਾਨ ਕੀਤਾ ਗਿਆ। ਜਿੱਥੇ ਪਹਿਲਾਂ 6 ਮਹੀਨੇ ਤੱਕ ਦੀ ਸਜ਼ਾ ਹੁੰਦੀ ਸੀ, ਉੱਥੇ 3-3 ਸਾਲ ਤੱਕ ਦੀ ਸਜ਼ਾ ਦਾ ਪ੍ਰਵਾਨ ਕੀਤਾ ਗਿਆ। ਇਸੇ ਤਰ੍ਹਾਂ ਜੇ ਸ਼ਰਾਬ 6 ਮਹੀਨੇ ਦੀ ਸਜ਼ਾ ਤੋਂ ਜ਼ਿਆਦਾ ਘੱਟੋ ਘੱਟ 1 ਲੱਖ ਰੁਪਏ ਦਾ ਵੀ ਸਜ਼ਾ ਦਾ ਪ੍ਰਵਾਨ ਕੀਤਾ ਗਿਆ। ਅਫੀਮ ਐਕਟ 'ਚ, ਜਿਹਦੇ 'ਚ ਤੁਸੀਂ ਗੋਲੀਆਂ ਵੀ ਆ ਜਾਂਦੀਆਂ ਨੇ, ਭੁੱਕੀ ਵੀ ਆ ਜਾਂਦੀ ਹੈ, ਹੀਰੋਇਨ ਵੀ ਆ ਜਾਂਦੀ ਹੈ, ਚਿੱਟਾ ਜਿਹਨੂੰ ਆਪਾਂ ਕਹਿੰਦੇ ਨੇ ਇਹ ਵੀ ਆ ਜਾਂਦਾ ਹੈ। ਇਹਦੀਆਂ 3 ਕੈਟੇਗਰੀਆਂ ਕੀਤੀਆਂ ਗਈਆਂ ਨੇ। ਇੱਕ ਸਮਾਲ ਕੁਆਂਟਿਟੀ, ਜਿਹਨੂੰ ਆਪਾਂ ਥੋੜ੍ਹੀ ਅਵਸਥਾ 'ਚ ਕਹਿ ਦਿੰਦੇ ਹਾਂ। ਉਸ ਤੋਂ ਇੱਕ ਹੈਗੀ ਹੈ ਨੌਨ ਕਮਰਸ਼ੀਅਲ, ਵੀ ਵੇਚਣ ਵਾਸਤੇ ਨਹੀਂ ਚਾਹੀਦੀ ਉਹ ਬੰਦੇ ਨੇ। ਇੱਕ ਹੈਗੀ ਕਮਰਸ਼ੀਅਲ, ਜਿਹੜਾ ਵਪਾਰ ਕਰਨ ਵਾਸਤੇ ਹੈ। ਜਿਹੜੀ ਤਾਂ ਹੈਗੀ ਹੈ ਸਮਾਲ ਕੁਆਂਟਿਟੀ, ਉਹਦੇ 'ਚ ਬੜੀ ਥੋੜ੍ਹੀ ਕਵਰ ਕੀਤੀ ਹੋਈ ਹੈ ਆਮ ਤੌਰ 'ਤੇ, ਕਿਉਂਕਿ ਜਿਹੜੇ ਬੰਦਿਆਂ ਨੂੰ ਆਦਤਾਂ ਪਈਆਂ ਹੋਈਆਂ ਨੇ ਇੱਕਦਮ ਤਾਂ ਜਾਂਦੀਆਂ ਨਹੀਂ ਹੈਗੀਆਂ। ਉਹਨਾਂ ਨੂੰ 6 ਮਹੀਨੇ ਤੱਕ ਦੀ ਸਜ਼ਾ ਹੁੰਦੀ ਹੈ ਵੱਧ ਤੋਂ ਵੱਧ। ਅਤੇ ਜਿਹੜੀ ਨੌਨ ਕਮਰਸ਼ੀਅਲ ਕੁਆਂਟਿਟੀ ਹੈ ਉਹ 'ਚ ਸੀਰੀਅਸਲੀ ਲਿਆ ਜਾਂਦਾ ਹੈ, 10 ਸਾਲ ਤੱਕ ਦੀ ਉਹਦੀ ਸਜ਼ਾ ਹੋ ਸਕਦੀ ਹੈ। ਭਾਵੇਂ ਉਹ 7 ਮਹੀਨੇ ਹੋ ਜਾਏ, 10 ਮਹੀਨੇ ਹੋ ਜਾਏ, ਸਾਲ ਹੋ ਜਾਏ, ਅਪ ਟੂ 10 ਸਾਲ ਹੋ ਸਕਦੀ ਹੈ। ਜਿਹੜੀ ਕਮਰਸ਼ੀਅਲ ਕੁਆਂਟਿਟੀ ਵਾਲੀ ਹੈ ਉਹਦੇ 'ਚ ਘੱਟੋ ਘੱਟ 10 ਸਾਲ ਦੀ ਸਜ਼ਾ ਅਤੇ 10 ਲੱਖ ਰੁਪਏ ਜੁਰਮਾਨਾ ਘੱਟੋ ਘੱਟ ਹੈ। ਇੰਨੀਆਂ ਸਖਤਾਂ ਕਰਨ ਦੇ ਬਾਵਜੂਦ ਵੀ
ਅਸੀਂ ਸਮਝਦੇ ਹਾਂ ਵੀ ਅਜੇ ਤੱਕ ਪੂਰੀ ਤਰ੍ਹਾਂ ਨਸ਼ਾ ਨਹੀਂ ਰੁਕ ਰਿਹਾ ਹੈ। ਨਹੀਂ ਪਵਾ ਸਾਹਿਬ, ਤੁਹਾਡੀ ਗੱਲ ਕਰੀਏ ਕਿ ਕਾਨੂੰਨ ਤਾਂ ਬਹੁਤ ਸਖਤ ਹੈ, ਕਾਨੂੰਨ ਸਖਤ ਬਣਾਏ ਜਾ ਰਹੇ ਨੇ, ਸਜ਼ਾਵਾਂ ਵੀ ਦਿੱਤੀਆਂ ਜਾ ਰਹੀਆਂ, ਪਰ ਸਰਕਾਰਾਂ ਦੀ ਕਮੀ ਮੰਨਦੇ ਹੋ ਕਿਤੇ ਨਾ ਕਿਤੇ ਹੈ? ਜਦੋਂ ਵੀ ਕੋਈ ਕਾਨੂੰਨ ਬਣਾਇਆ, ਕਾਨੂੰਨ ਨੂੰ ਸਭ ਤੋਂ ਵੱਡੀ ਉਹਦਾ ਹੁੰਦਾ ਵੀ ਲਾਗੂ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ। ਜੇ ਕਾਨੂੰਨ ਬਣਾ ਕੇ ਕਿਤਾਬਾਂ 'ਚ ਤੁਸੀਂ ਰੱਖਦੇ ਹੋ, ਉਸ ਨੂੰ ਲਾਗੂ ਨਾ ਕਰੋ ਤਾਂ ਫਿਰ ਉਸ ਕਾਨੂੰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਅਸੀਂ ਰੋਜ਼ ਪੜ੍ਹਦੇ ਹਾਂ, ਅਖਬਾਰਾਂ 'ਚ ਵੀ ਸੁਣਦੇ ਹਾਂ, ਵੱਡੇ ਵੱਡੇ ਜਿੰਨੇ ਸਮਗਲਰ ਨੇ, ਜਿੰਨੇ ਪਹੁੰਚ ਵਾਲੇ ਬੰਦੇ ਨੇ, ਉਹਨਾਂ ਨੂੰ ਕਾਨੂੰਨ ਹੱਥ ਨਹੀਂ ਪਾ ਰਿਹਾ। ਜੇ ਦੇਰ ਦਰਾਡੇ ਹੱਥ ਪਾਉਂਦਾ ਤਾਂ ਕੇਸ ਕਮਜ਼ੋਰ ਹੋ ਚੁੱਕਾ ਹੁੰਦਾ ਤੇ ਫਿਰ ਅਦਾਲਤਾਂ ਵੀ ਉਸ ਨੂੰ ਉਸ ਦੇਰੀ ਦਾ ਬੈਨੀਫਿਟ ਉਸ ਨੂੰ ਦੇ ਦਿੰਦੀਆਂ ਨੇ। ਇਸ ਕਰਕੇ ਕਾਨੂੰਨ ਪੂਰੀ ਦੀ ਤਰ੍ਹਾਂ ਸਖਤੀ ਨਾਲ ਲਾਗੂ ਨਹੀਂ ਹੋ ਰਿਹਾ ਹੈਗਾ। ਸਭ ਤੋਂ ਵੱਡੀ ਕਮੀ ਇਹ ਹੈਗੀ ਹੈ। ਆਪਾਂ ਮੁੜ ਤੁਹਾਡੇ ਕੋਲ ਨੇ ਪਾਲਾਮਲ ਸਿੰਗਲਾ ਜੀ ਵੀ ਨੇ। ਸਿੰਗਲਾ ਸਾਹਿਬ, ਜਿੱਥੇ ਆਪਾਂ ਕਹਿ ਲਈਏ ਕਿ ਬਜ਼ੁਰਗਾਂ ਦੀ ਸੰਸਥਾ ਦੀ ਪ੍ਰਧਾਨਗੀ ਕਰ ਰਹੇ ਨੇ, ਉੱਥੇ ਸੰਗਰੂਰ ਦੇ ਜਾਂ ਪੰਜਾਬ ਦੇ ਬਹੁਤ ਵੱਡੇ ਸਮਾਜ ਸੇਵੀਆਂ ਜਾਂ ਵਾਤਾਵਰਣ ਪ੍ਰੇਮੀਆਂ ਦੇ ਵਿੱਚੋਂ ਵੀ ਮੰਨੇ ਜਾਂਦੇ ਆ। ਸਿੰਗਲਾ ਸਾਹਿਬ, ਤੁਸੀਂ ਪਿਛਲੇ ਸਮਿਆਂ ਦੌਰਾਨ ਬਹੁਤ ਸਾਰੇ, ਇੱਕ ਤਰ੍ਹਾਂ ਕਹਿ ਲਈਏ ਕਿ ਹਰਿਆਵਲ ਲਹਿਰ ਤੁਸੀਂ ਚਲਾਈ, ਬਹੁਤ ਸਾਰੇ ਪੌਦੇ ਲਗਾਉਂਦੇ ਰਹੇ, ਇੱਕ ਸੰਸਥਾ ਵੀ ਬਣਾਈ, ਪਰ ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਵੇ ਤਾਂ 3 ਪਰਤਾਂ ਮੰਨੀਆਂ ਜਾਂਦੀਆਂ ਪਾਣੀਆਂ ਦੀਆਂ। 2 ਪਰਤਾਂ ਕਹਿੰਦੇ ਆ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੀਆਂ, ਤੇ ਤੀਸਰੀ ਪਰਤ ਦੇ ਉੱਤੇ ਜਿਹੜਾ ਇਸ ਵੇਲੇ ਪੰਜਾਬ ਖੜਾ ਹੈ। ਕੀ ਸਮਝਦੇ ਹੋ ਕਿ ਪਾਣੀਆਂ ਦੀ ਐਡੀ ਜ਼ਿਆਦਾ ਦੁਰਦਸ਼ਾ ਹੋ ਰਹੀ ਹੈ, ਗੰਦਲਾ ਪਾਣੀ ਹੋ ਚੁੱਕਿਆ ਹੈ, ਕੈਂਸਰ ਪੰਜਾਬ ਦੇ ਵਿੱਚ ਖਾਸ ਕਰ ਮਾਲਵੇ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਇੱਕ ਪਾਣੀ ਨੂੰ ਕਾਰਨ ਮੰਨਿਆ ਜਾਂਦਾ ਹੈ। ਤੁਸੀਂ ਬਹੁਤ ਸਾਰੇ ਯਤਨ ਵੀ ਕੀਤੇ ਨੇ, ਕੀ ਮੰਨਦੇ ਹੋ ਕਿ ਸਰਕਾਰਾਂ ਦੀ ਕਮੀ ਰਹੀ ਹੈ ਜਾਂ ਫਿਰ ਸਰਕਾਰਾਂ ਇਸ ਨੂੰ ਮੁੱਦਾ ਹੀ ਨਹੀਂ ਮੰਨਦੀਆਂ, ਮੁੱਦਾ ਆਪਣਾ ਕੋਈ ਹੋਰ ਲੈ ਕੇ ਚੱਲਦੀਆਂ ਨੇ? ਜਿਹੜੇ ਲੋਕ ਲੁਭਾਵਣੇ ਮੁੱਦੇ ਹੁੰਦੇ ਆ, ਇਹ ਮੁੱਦਾ ਹੋਣਾ ਚਾਹੀਦਾ ਜਾਂ ਨਹੀਂ, ਤੁਸੀਂ ਕੀ ਕਹੋਗੇ? ਦਮਨ ਜੀ, ਪੰਜਾਬ ਦੇ ਵਿੱਚ ਜਿਹੜਾ ਵਾਤਾਵਰਣ ਦੀ ਜਦੋਂ ਗੱਲ ਚੱਲਦੀ ਹੈ, ਉੱਥੇ ਮੈਂ ਸਮਝਦਾ ਵੀ ਸਾਡੀਆਂ ਸਰਕਾਰਾਂ ਅਕਸਰ ਅਵੇਸਲੀਆਂ ਹੋ ਜਾਂਦੀਆਂ ਨੇ। ਕਿਸੇ ਵੀ ਸਿਆਸੀ ਪਾਰਟੀ ਨੇ ਅੱਜ ਤੱਕ ਕਦੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਤਾਵਰਣ ਦੀ ਸ਼ੁੱਧਤਾ ਦੀ ਕੋਈ ਗੱਲ ਨਹੀਂ ਕੀਤੀ ਹੈ। ਕੁਦਰਤ ਨੇ ਸਾਨੂੰ 3 ਗਿਲਾਫ ਦਿੱਤੇ ਨੇ, 3 ਓਡਣ ਦਿੱਤੇ ਨੇ। ਉਹਦੇ ਵਿੱਚ ਸ਼ੁੱਧ ਹਵਾ ਦਾ ਗਿਲਾਫ ਹੈ, ਉਹਦੇ ਵਿੱਚ ਸ਼ੁੱਧ ਪਾਣੀ ਦਾ ਗਿਲਾਫ ਹੈ, ਤੇ ਉਹਦੇ ਵਿੱਚ ਕਚੂਰ ਧਰਤੀ ਦਾ ਤੇ ਜਿਹੜੀ ਬਨਸਪਤੀ ਹੈ ਇਹਦਾ ਗਿਲਾਫ ਹੈ। ਪਰ ਮਨੁੱਖ ਦੀਆਂ ਗਲਤੀਆਂ ਕਰਕੇ, ਸਰਕਾਰਾਂ ਦੀ ਵਿਕਾਸ ਦੀਆਂ ਗਲਤੀਆਂ ਕਰਕੇ, ਜਾਂ ਟੈਕਨੋਲੋਜੀ ਨੂੰ ਜ਼ਿੰਮੇਵਾਰ ਸਮਝ ਕੇ, ਜਾਂ ਵੱਧਦੀ ਹੋਈ ਆਬਾਦੀ ਨੂੰ ਜ਼ਿੰਮੇਵਾਰ ਸਮਝ ਕੇ ਜੇ ਆਪਾਂ ਕਿਸੇ ਸਿੱਟੇ 'ਤੇ ਪਹੁੰਚੀਏ ਤਾਂ ਇਹ ਹੈ ਵੀ ਸਾਡੀ ਵਾਤਾਵਰਣ ਦੀ ਦੁਰਦਸ਼ਾ ਬਹੁਤ ਜ਼ਿਆਦਾ ਹੋ ਗਈ। ਪਾਣੀ ਦੇ ਮਸਲੇ ਦੀ ਜਿੱਥੇ ਤੱਕ ਸਵਾਲ ਹੈ, ਮੈਂ ਬੀਤੇ ਦਿਨਾਂ ਦੇ ਵਿੱਚ ਇੱਕ ਅਖਬਾਰ ਦੀ, ਬੜੇ ਜ਼ਿੰਮੇਵਾਰ ਪੰਜਾਬ ਦੇ ਅਖਬਾਰ ਦੀ ਇੱਕ ਰਿਪੋਰਟ ਪੜ੍ਹੀ ਸੀ। ਉਹਦੇ ਵਿੱਚ ਇਹੀ ਜ਼ਿਕਰ ਕੀਤਾ ਸੀ ਵੀ ਪੰਜਾਬ ਦੀਆਂ 3 ਪੱਤਨਾਂ ਦੇ ਵਿੱਚੋਂ ਤੀਸਰੀ ਪੱਤਣ ਦੇ ਵਿੱਚ ਕੇਵਲ 17 ਸਾਲਾਂ ਦਾ ਪਾਣੀ ਬਚਿਆ ਹੈ। 17 ਸਾਲਾਂ ਦਾ ਪਾਣੀ ਬਚਿਆ ਹੋਵੇ ਤਾਂ ਇਹ ਦੇਖੋ ਵੀ ਸਾਡੇ 17 ਸਾਲਾਂ ਤੋਂ ਬਾਅਦ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਕੋਲੇ, ਸਾਡੇ ਕੋਲੇ ਉਹਨਾਂ ਨੂੰ ਦੇਣ ਲਈ ਜਵਾਬ ਕੀ ਹੋਵੇਗਾ। ਇਹਦੇ ਬਾਰੇ ਜਿਹੜਾ ਸਾਡੀ ਸਰਕਾਰ ਦਾ, ਕੇਂਦਰ ਸਰਕਾਰ ਦਾ ਸੈਂਟਰਲ ਵਾਟਰ ਬੋਰਡ ਜਿਹੜਾ ਬਣਿਆ ਹੋਇਆ ਹੈਗਾ, ਉਸ ਦੀ ਰਿਪੋਰਟ ਦੇ ਮੁਤਾਬਕ ਇਹ ਹੈ ਵੀ ਸਾਡੇ ਕੋਲੇ 220 ਕਰੋੜ ਲੀਟਰ ਪਾਣੀ ਡੇਲੀ ਸੀਵਰੇਜ ਦੇ ਰਾਹੀਂ ਨਿਕਾਸੀ ਹੁੰਦੀ ਹੈ, ਜਿਹਦੇ ਵਿੱਚ 163 ਸ਼ਹਿਰਾਂ ਦੇ ਵਿੱਚ, ਪੰਜਾਬ ਦੇ 163 ਸ਼ਹਿਰਾਂ ਦੇ ਵਿੱਚ 220 ਕਰੋੜ ਲੀਟਰ ਦੀ ਡੇਲੀ ਨਿਕਾਸੀ ਹੁੰਦੀ ਹੈ, ਜਿਹਦੇ ਵਿੱਚੋਂ 128 ਸ਼ਹਿਰਾਂ ਦੇ ਵਿੱਚ 160 ਕਰੋੜ ਲੀਟਰ ਦੇ ਤਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇ ਨੇ। ਪਰ ਦੁੱਖ ਇਸ ਚੀਜ਼ ਦਾ ਵੀ ਉਹਨਾਂ ਪਲਾਂਟਾਂ ਦੇ ਵਿੱਚੋਂ ਅੱਧੇ ਤੋਂ ਵੱਧ ਖੜੀ ਹਾਲਤ ਵਿੱਚ ਨੇ, ਖੜੋਤ ਵਿੱਚ ਖੜੇ ਨੇਗੇ। ਜਿਹੜੀ ਬਾਕੀ 60 ਕਰੋੜ ਲੀਟਰ ਹੈ ਤੇ 35 ਸ਼ਹਿਰ ਬਚਦੇ ਨੇ, ਉੱਥੇ ਸੀਵਰੇਜ ਟ੍ਰੀਟਮੈਂਟ ਦਾ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਹੈ। ਪ੍ਰਬੰਧ ਨਾ ਹੋਣ ਕਰਕੇ ਜਿਹੜਾ ਸਾਡਾ ਬੁੱਢਾ ਨਾਲ, ਤੁਸੀਂ ਲੁਧਿਆਣੇ ਦਾ ਇਹਦੀ ਮੈਂ ਗੱਲ ਕਰਨੀ ਚਾਹਾਂਗਾ, ਇਹਦੇ 'ਚ 75 ਕਰੋੜ ਲੀਟਰ ਦੀ ਡੇਲੀ ਪਾਣੀ ਦੀ ਨਿਕਾਸੀ ਹੈ। ਕੋਈ ਉਸ ਦਾ ਇੰਤਜ਼ਾਮ ਨਹੀਂ ਹੈ। ਮਿਲਦਾ ਕਿੱਥੇ ਆ? ਜਾ ਕੇ ਸਤਲੁਜ ਦੇ ਵਿੱਚ, ਹਰੀਕੇ ਪੱਤਣ ਦੇ ਉੱਤੇ, ਜਿੱਥੇ ਬਿਆਸ ਤੇ ਸਤਲੁਜ ਦਰਿਆ ਇਕੱਠੇ ਹੁੰਦੇ ਨੇ। 2 ਨਹਿਰਾਂ ਦੇ ਵਿੱਚ ਪਾਣੀ ਕਨਵਰਟ ਕਰਕੇ ਉਹ ਜਦੋਂ ਸਪਲਾਈ ਕੀਤਾ ਜਾਂਦਾ ਤਾਂ ਸਾਡੇ ਮਾਲਵੇ ਦਾ ਹਿੱਸਾ ਤੇ ਰਾਜਸਥਾਨ ਦੇ ਹਿੱਸੇ ਦੇ ਵਿੱਚ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ। ਉੱਥੇ ਮਿਲਦਾ ਕੀ ਹੈ? ਸਾਨੂੰ ਕੈਂਸਰ ਵਰਗੀਆਂ ਤੇ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਉੱਥੇ ਮਿਲਦੀਆਂ ਨੇ। ਜਿੱਥੋਂ ਤੱਕ ਸਵਾਲ ਹੈ ਇਸ ਚੀਜ਼ ਨੂੰ, ਜੇ ਆਪਾਂ ਥੋੜ੍ਹਾ ਹੋਰ ਅੱਗੇ ਲੈ ਜਾਈਏ ਵੀ ਇਹਦਾ ਹੱਲ ਦੀ ਗੱਲ ਪਿੱਛੋਂ ਕਰਾਂਗੇ। ਇਸ ਮਸਲੇ ਦੇ ਉੱਤੇ ਸਰਕਾਰਾਂ ਨੇ ਅੱਜ ਤੱਕ ਕਦੇ ਧਿਆਨ ਨਹੀਂ ਦਿੱਤਾ ਹੈ। ਸਰਕਾਰਾਂ ਦੇ ਧਿਆਨ ਨਾ ਦੇਣ ਕਰਕੇ ਸਾਡੀ ਸਾਰੀ ਸੁਸਾਇਟੀ ਇਹ ਖਮਿਆਜਾ ਬਹੁਤ ਬੁਰੀ ਤਰ੍ਹਾਂ ਭੁਗਤ ਰਹੀ ਹੈ। ਅਤੇ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ, ਇਹਦੀ ਇੱਕ ਹੈਬੋਲ ਡੇਅਰੀ ਜਿਹੜਾ ਪ੍ਰੋਜੈਕਟ ਕੰਪਲੈਕਸ ਜਿੱਥੇ ਲੱਗਿਆ ਹੋਇਆ, ਉੱਥੇ ਇਹਨਾਂ ਨੇ ਇੱਕ ਲੈਬੋਰਟਰੀ ਦੇ ਵਿੱਚ ਆਪਣੀ ਰਿਪੋਰਟ ਤਿਆਰ ਕਰਕੇ ਜੋ ਨਸ਼ਰ ਕੀਤੀ ਹੈ, ਉਹ ਬੜੀ ਹੀ ਚਿੰਤਾਜਨਕ ਹਾਲਤ ਹੈ ਉਸ ਦੀ। ਪੰਜਾਬ ਦੇ ਪਾਣੀ ਦੇ ਵਿੱਚ 2 ਤਰ੍ਹਾਂ ਦੇ ਜਿਹੜੇ ਯੌਗਿਕ ਹੁੰਦੇ ਨੇ, 2 ਤੱਤ ਹੁੰਦੇ ਨੇਗੇ। ਇੱਕ BOD ਜਿਹਨੂੰ ਕਹਿੰਦੇ ਆ, ਬਾਇਓਕੈਮੀਕਲ ਆਕਸੀਜਨ ਡਿਮਾਂਡ ਤੱਤ ਹੈਗਾ।
ਉਹਦੀ ਕੁਆਂਟੀਟੀ ਉਸ ਪਾਣੀ ਦੇ ਵਿੱਚ 1760 ਹੱਦ ਤੱਕ ਪਾਈ ਗਈ ਹੈ, ਜਦੋਂ ਕਿ ਉਹਦਾ ਜਿਹੜਾ ਮਾਪ ਦਾ ਡੰਡ ਹੈਗਾ ਕੇਵਲ 10 ਹੋਣਾ ਚਾਹੀਦਾ। ਇਸੇ ਤਰ੍ਹਾਂ ਉਹਦਾ ਜਿਹੜਾ COD ਲੈਵਲ ਹੈ, ਕੈਮੀਕਲ ਆਕਸੀਜਨ ਡਿਮਾਂਡ ਜਿਹੜਾ ਲੈਵਲ ਹੈ, ਉਹ 5670 ਹੈ, ਵੱਧ ਤੋਂ ਵੱਧ 50 ਹੋਣਾ ਚਾਹੀਦਾ। ਇੰਨੀ ਬੁਰੀ ਹਾਲਤ ਦੇ ਵਿੱਚ ਪੰਜਾਬ ਦੇ ਲੋਕਾਂ ਕੋਲ ਨਾ ਸਾਡੀਆਂ ਸਰਕਾਰਾਂ ਪਾਸ ਕੋਈ ਜਵਾਬ ਹੈ। ਥੋੜ੍ਹਾ ਬਹੁਤ ਸਾਨੂੰ ਸਮਾਜ ਨੂੰ, ਅਸੀਂ ਆਪਣੇ ਯਤਨਾਂ ਦੇ ਵਿੱਚ ਲੱਗੇ ਹੋਏ ਹਾਂ ਵੀ ਕਿਸੇ ਨਾ ਕਿਸੇ ਢੰਗ ਨਾਲ, ਪਰ ਇੰਡੀਵਿਜੂਅਲ ਦਾ ਜਾਂ ਇੱਕ ਗਰੁੱਪ ਦਾ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਬਹੁਤੀਆਂ ਕਾਰਗਰ ਰੰਗ ਨਹੀਂ ਲਿਆ ਸਕਦੀਆਂ। ਸਰਕਾਰਾਂ ਨੂੰ ਇਹਦੇ ਵਾਸਤੇ ਚੌਕਸ ਹੋਣ ਦੀ ਲੋੜ ਹੈ। ਧੰਨਵਾਦ। ਸਵਰਨਜੀਤ ਜੀ ਵੀ ਸਾਡੇ ਨਾਲ ਨੇ। ਸਵਰਨਜੀਤ ਜੀ, ਅੱਜ ਆਪਾਂ ਗੱਲ ਕਰ ਰਹੇ ਹਾਂ, ਨਸ਼ਿਆਂ ਦੀ ਗੱਲ ਹੋਈ, ਵਾਤਾਵਰਨ ਦੀ ਗੱਲ ਹੋਈ, ਕਾਨੂੰਨ ਕੀ ਕਰ ਰਿਹਾ, ਉਹ ਵੀ ਬਹੁਤ ਸਾਰੀ ਗੱਲਾਂ ਹੋਈਆਂ, ਪਰ ਤੁਹਾਡੇ ਨਾਲ ਜਿਹੜਾ ਆਪਾਂ ਇੱਕ ਬਹੁਤ ਵੱਡਾ ਸੰਤਾਪ ਹੈ ਪੰਜਾਬ ਦਾ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਜੇਕਰ ਗੱਲ ਚੱਲਦੀ ਹੈ ਤਾਂ ਉਹ ਬੇਰੁਜ਼ਗਾਰੀ ਦੀ ਹੈ, ਅਨਪੜ੍ਹਤਾ ਦੀ ਹੈ। ਸਰਕਾਰਾਂ ਆਉਂਦੀਆਂ ਨੇ, ਗੱਲ ਕੀਤੀ ਜਾਂਦੀ ਹੈ ਕਿ ਰੁਜ਼ਗਾਰ ਦੇਵਾਂਗੇ, ਪਰ ਰੁਜ਼ਗਾਰ ਕਿੱਥੇ ਦਿੱਤੇ ਜਾਂਦੇ ਨੇ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ। ਤੁਸੀਂ ਵੀ ਸਮੇਂ ਦਰ ਸਮੇਂ ਸੰਘਰਸ਼ ਕਰਦੇ ਰਹਿੰਦੇ ਹੋ ਵੱਖ-ਵੱਖ ਯੂਨੀਅਨਾਂ ਦੇ ਜਥੇਬੰਦੀਆਂ ਦੇ ਨਾਲ। ਕੀ ਕਹੋਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਆਪਾਂ ਏਜੰਡਾ ਸਰਕਾਰਾਂ ਦਾ ਹੋਣਾ ਚਾਹੀਦਾ, ਜਿਹੜੇ ਵਾਅਦੇ ਸਰਕਾਰਾਂ ਕਰ ਰਹੀਆਂ ਨੇ ਹੋਣੇ ਚਾਹੀਦੇ ਨੇ, ਜਾਂ ਫਿਰ ਕੋਈ ਠੋਸ ਜਿਹੜੀ ਆ ਉਹ ਗੱਲ ਰੁਜ਼ਗਾਰ ਨੂੰ ਲੈ ਕੇ ਹੋਣੀ ਚਾਹੀਦੀ ਹੈ, ਪੜ੍ਹਾਈ ਨੂੰ ਲੈ ਕੇ ਹੋਣੀ ਚਾਹੀਦੀ ਹੈ? ਅੱਜ ਜਦੋਂ ਅਸੀਂ ਚੋਣਾਂ ਵੇਲੇ ਗੱਲ ਕਰਦੇ ਹਾਂ, ਉਸ ਵੇਲੇ ਸਾਨੂੰ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਰੁਜ਼ਗਾਰ ਦਾ ਮਸਲਾ ਕਿੱਡਾ ਵੱਡਾ ਹੈ ਸਾਡੇ ਪੰਜਾਬ ਦੇ ਵਿੱਚ। ਰੁਜ਼ਗਾਰ ਦਾ ਮਸਲਾ ਅਸੀਂ ਜੇ ਪਿਛਲੇ 3-4 ਮਹੀਨੇ ਜਾਂ 6 ਮਹੀਨਿਆਂ ਨੂੰ ਦੇਖ ਲਈਏ ਤਾਂ ਪੰਜਾਬ ਦੀ ਜਵਾਨੀ ਵਾਲੇ ਖਾ ਰਹੀ ਸੀ। ਥਾਂ ਥਾਂ 'ਤੇ ਟੈਂਕੀਆਂ 'ਤੇ ਬੈਠੀ ਸੀ, ਥਾਂ ਥਾਂ 'ਤੇ ਸੜਕਾਂ 'ਤੇ ਖਾ ਰਹੀ ਸੀ। ਲੋਕਾਂ ਦੀਆਂ ਕੁੜੀਆਂ ਦੀਆਂ ਚੁੰਨੀਆਂ ਰੋਲ ਰਹੀਆਂ ਸੀਗੀਆਂ, ਮੁੰਡਿਆਂ ਦੀਆਂ ਪੱਗਾਂ ਰੋਲ ਰਹੀਆਂ ਸੀ। ਉਹ ਵੇਲਾ ਜਿਹੜਾ ਹੈਗਾ ਅਜੇ 2 ਦਿਨ ਪਹਿਲਾਂ ਹੀ ਨੌਜਵਾਨ ਇੱਥੇ ਆਪਣੇ ਕੋਲੀ ਭਵਾਨੀਗੜ੍ਹ ਵੱਡਾ ਜਾਮ ਲਾ ਕੇ ਹਟੇ ਨੇ ਕਿ ਸਾਨੂੰ ਫੌਜ 'ਚ ਹੀ ਭਰਤੀ ਕਰ ਲਓ। ਇਸ ਕਿਸਮ ਦਾ ਜਦੋਂ ਹਾਲਤ ਹੈ, ਉਦੋਂ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਅੱਜ ਬੇਰੁਜ਼ਗਾਰੀ ਦੀ ਦਰ ਹੈ ਜਿਹੜੀ, ਉਹ ਕੌਮੀ ਬੇਰੁਜ਼ਗਾਰੀ ਦੀ ਦਰ ਨਾਲੋਂ ਵੀ ਕਿਤੇ ਵੱਧ ਹੈ। ਇਸ ਵੇਲੇ ਇਹ ਹਾਲਤ ਹੈ ਕਿ ਪਿਛਲੇ ਸਮੇਂ ਦੇ ਵਿੱਚ ਜੇ 2017 'ਚ ਜਦੋਂ ਕੈਪਟਨ ਘਰ ਘਰ ਰੁਜ਼ਗਾਰ ਦੇਣ ਦਾ ਕਹਿ ਕੇ ਆਇਆ, ਉਦੋਂ ਪੰਜਾਬ ਜਿਹੜੀ ਟੋਟਲ ਵਰਕਮੈਨ ਫੋਰਸ ਜਿਹਨੂੰ ਇਹ ਕਹਿੰਦੇ ਸੀ ਵੀ 1 ਕਰੋੜ 3 ਲੱਖ ਹੈ, ਜਿਹ 'ਚੋਂ ਇਹ ਸੀ ਵੀ ਜਿਹੜਾ ਹੈਗਾ 99 ਲੱਖ ਨੂੰ ਜਿਹੜਾ ਹੈਗਾ ਰੁਜ਼ਗਾਰ, ਕਿਸੇ ਕਿਸਮ ਦਾ ਰੁਜ਼ਗਾਰ ਉਹਦੇ ਕੋਲ ਹੈਗਾ ਸੀ, ਭਾਵੇਂ ਉਹ ਕੋਈ ਰੇਹੜੀ ਫੜੀ ਲਾਉਂਦਾ ਸੀ, ਭਾਵੇਂ ਕੋਈ ਜੇ ਕੁਛ ਵੀ ਕਰਦਾ ਸੀ ਉਹ। ਪਰ ਇਹ ਹਾਲਤ ਬਣ ਗਈ ਵੀ 2021 ਦਸੰਬਰ 2021 ਤੱਕ ਆਉਂਦੇ ਹੋਏ ਉਹ ਜਿਹੜਾ ਰੁਜ਼ਗਾਰ ਹੈ ਉਹ ਜਿਹੜਾ ਹੈਗਾ ਘਟ ਕੇ 94 ਲੱਖ ਆ ਗਿਆ। 5 ਲੱਖ ਬੰਦੇ ਰੁਜ਼ਗਾਰ ਤੋਂ ਵਿਹੂਣੇ ਹੋ ਗਏ, ਰੁਜ਼ਗਾਰ ਹੋਰ ਮਿਲਣ ਦੀ ਥਾਂ 'ਤੇ, ਜਦੋਂ ਕਿ ਜੇ ਵਰਕਮੈਨ ਫੋਰਸ ਕਹੀਏ ਤਾਂ 24 ਲੱਖ ਵੱਧ ਗਈ। ਅਤੇ ਪਰ ਜਿਹੜਾ ਹੈਗਾ ਜੇ ਇਹ ਹਾਲਤ ਹੈ, ਅਤੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਕਿ ਟੋਟਲ ਜਿਹੜਾ ਇਹ ਕਹਿ ਲਈਏ ਕਿ ਹਰ ਪੱਧਰ 'ਤੇ ਹਰ ਥਾਂ 'ਤੇ, ਭਾਵੇਂ ਉਹ ਸੇਵਾਵਾਂ ਦਾ ਖੇਤਰ ਹੈ, ਭਾਵੇਂ ਉਹ ਖੇਤੀਬਾੜੀ ਦਾ ਖੇਤਰ ਹੈ, ਭਾਵੇਂ ਉਹ ਇੰਡਸਟਰੀ ਦਾ ਖੇਤਰ ਹੈ, ਭਾਵੇਂ ਉਹ ਸਾਡੀ ਜਿਹੜੀ ਹੈਗੀ ਹੈ ਕਾਟੇਜ ਇੰਡਸਟਰੀ ਹੈ, ਭਾਵੇਂ ਮਿਨੀਮਮ ਵਪਾਰ ਦਾ ਖੇਤਰ ਹੈ, ਉਹ ਸਾਰਾ ਰਿਸੈਸ਼ਨ 'ਚ ਹੈ। ਸਾਰੇ ਥਾਂ 'ਤੇ ਮਾੜਾ ਹਾਲ ਹੈ। ਗੌਰਮੈਂਟ ਦਾ ਜਿਹੜਾ ਸਰਵਿਸ ਸੈਕਟਰ ਹੈ ਉਹ ਢਹਿ ਢੇਰੀ ਹੋ ਰਿਹਾ ਹੈ। ਉਸ ਵੇਲੇ ਜਦੋਂ ਲੱਖਾਂ ਅਸਾਮੀਆਂ ਗੌਰਮੈਂਟ ਸੈਕਟਰ 'ਚ ਪਈਆਂ ਨੇ, ਜਦੋਂ ਵੱਖ-ਵੱਖ ਥਾਵਾਂ 'ਤੇ ਇਹ ਕਹਿ ਲਈਏ ਕਿ ਇੰਡਸਟਰੀ ਲੱਗਣ ਦੀ ਥਾਂ 'ਤੇ ਜਾ ਰਹੀ ਹੈ, ਉਹ ਅਜਿਹੀ ਹਾਲਤ ਦੇ ਵਿੱਚ ਅਸੀਂ ਅੱਜ ਜਿਹੜੇ ਹੈਗੇ ਬੈਠੇ ਹਾਂ। ਇਸ ਕਰਕੇ ਜਦੋਂ ਅਸੀਂ ਇਹਦੇ 'ਚ ਬੈਠੇ ਹਾਂ ਤਾਂ ਜ਼ਰੂਰੀ ਹੈ ਕਿ ਰੁਜ਼ਗਾਰ ਦਾ ਮੁੱਦਾ ਕੋਈ ਇਹ ਨਹੀਂ ਹੈਗਾ ਸਿਰਫ ਤੇ ਸਿਰਫ ਸਰਕਾਰੀ ਰੁਜ਼ਗਾਰ ਦਾ ਮੁੱਦਾ ਹੈ। ਰੁਜ਼ਗਾਰ ਦੇ ਮੁੱਦੇ ਦੇ ਨਾਲ ਬਹੁਤ ਚੀਜ਼ਾਂ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਰੁਜ਼ਗਾਰ ਦੇ ਮੁੱਦੇ ਨਾਲ ਰੁਜ਼ਗਾਰ ਦੀ ਗਰੰਟੀ ਜੁੜੀ ਹੋਈ ਹੈ। ਰੁਜ਼ਗਾਰ ਦੇ ਮੁੱਦੇ ਦੇ ਨਾਲ ਰੁਜ਼ਗਾਰ ਦੀ ਘੱਟੋ ਘੱਟ ਉਜਰਤ ਕਿਸੇ ਨੂੰ ਕਿੰਨੀ ਮਿਲਦੀ ਹੈ, ਭਾਵੇਂ ਪ੍ਰਾਈਵੇਟ ਸੈਕਟਰ ਜਾਂਦਾ ਹੈ, ਉਹਦਾ ਸ਼ੋਸ਼ਣ ਜੁੜਿਆ ਹੋਇਆ ਹੈ। ਰੁਜ਼ਗਾਰ ਦੇ ਮੁੱਦੇ ਦੇ ਨਾਲ ਹੀ ਭਾਵੇਂ ਕੋਈ ਬੰਦਾ ਦੁਕਾਨ 'ਤੇ ਕੰਮ ਕਰਦਾ ਹੈ, ਭਾਵੇਂ ਕਿਤੇ ਵੀ ਕਰਦਾ ਹੈ, ਉਹਨੂੰ ਜਿਹੜਾ ਹੈਗਾ ਕੀ ਮਿਲੇ, ਘੱਟੋ ਘੱਟ ਕੀ ਮਿਲੇ, ਉਹ ਜੁੜਿਆ ਹੋਇਆ। ਮਤਲਬ ਰੁਜ਼ਗਾਰ ਦਾ ਮੁੱਦਾ ਕੋਈ ਸਿਰਫ ਸਰਕਾਰੀ ਨੌਕਰੀਆਂ ਦਾ ਮੁੱਦਾ ਨਹੀਂ, ਰੁਜ਼ਗਾਰ ਦਾ ਮੁੱਦਾ ਵੱਡਾ ਹੈ। ਅਤੇ ਰੁਜ਼ਗਾਰ ਦੇ ਮੁੱਦੇ ਨਾਲ ਇਹ ਵੀ ਹੈ ਕਿ ਜਿਹੜੀ ਛੋਟੀ ਇੰਡਸਟਰੀ ਹੈ ਜਾਂ ਇੱਥੇ ਜਿਹੜੀ ਹੈਗੀ ਹੈ ਐਗਰੀਕਲਚਰ ਹੈ, ਐਗਰੀਕਲਚਰ 'ਚ ਕਿੰਨੀ ਇਨਵੈਸਟਮੈਂਟ ਹੋਰ ਹੋ ਸਕਦੀ ਹੈ, ਕਿੰਨੀਆਂ ਚੀਜ਼ਾਂ ਹੋਰ, ਭਾਵੇਂ ਉਹ ਪਸ਼ੂ ਪਾਲਣ ਹੈ, ਭਾਵੇਂ ਪੋਲਟਰੀ ਹੈ, ਭਾਵੇਂ ਜਿਹੜੀ ਹੈਗੀ ਹੈ ਵੱਖ-ਵੱਖ ਫਲਾਂ ਦਾ ਹੈ, ਫਿਰ ਉਹਦੇ ਨਾਲ ਜਿਹੜਾ ਹੈਗਾ ਐਗਰੀਕਲਚਰ ਬੇਸਡ ਇੰਡਸਟਰੀ, ਮਤਲਬ ਬਹੁਤ ਕੁਛ ਹੈ ਜਿਹਦੇ ਨਾਲ ਜਿਹੜਾ ਹੈਗਾ ਰੁਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ। ਪਰ ਕਿਸੇ ਦਾ ਵੀ ਜਿਹੜਾ ਹੈਗਾ ਇੱਥੇ ਧਿਆਨ ਨਹੀਂ ਹੈਗਾ ਕਿ ਅਸੀਂ ਰੁਜ਼ਗਾਰ ਪੈਦਾ ਕਰਨਾ।
ਜੀ ਆਪਾਂ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲ ਕੀਤੀ। ਸਾਰੇ ਜਿਹੜੇ ਮਹਿਮਾਨ ਨੇ ਉਹ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ। ਆਪਾਂ ਮੁੜ ਤੋਂ ਮੋਹਨ ਸ਼ਰਮਾ ਜੀ ਕੋਲ ਚੱਲਦੇ ਹਾਂ। ਸ਼ਰਮਾ ਜੀ, ਬੜੀ ਬੇਬਾਕੀ ਦੇ ਨਾਲ ਤੇ ਬੜੇ ਆંકੜਿਆਂ ਦੇ ਨਾਲ ਤੁਸੀਂ ਨਸ਼ਿਆਂ ਦੀ ਗੱਲ ਕੀਤੀ, ਭਾਵੇਂ ਸ਼ਰਾਬ ਦੀ ਹੋਵੇ ਜਾਂ ਫਿਰ ਚਿੱਟੇ ਦੀ ਜਾਂ ਸਮੈਕ ਦੀ। ਦਲਦਲ ਦੇ ਵਿੱਚ ਨਸ਼ਿਆਂ ਦੇ ਪੰਜਾਬ ਇਸ ਵੇਲੇ ਡੁੱਬਿਆ ਹੋਇਆ। ਤੁਹਾਨੂੰ ਕੀ ਲੱਗਦਾ, ਕੋਈ ਹੱਲ ਨਜ਼ਰ ਆ ਰਿਹਾ? ਹੱਲ ਕੀ ਹੋ ਸਕਦਾ ਇਸ ਦਾ? ਦੇਖੋ, ਹੱਲ ਹੁਣ 16ਵੀਂ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਜਿਹੜੀਆਂ 22 ਫਰਵਰੀ ਨੂੰ ਹੋ ਰਹੀਆਂ ਨੇ, ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗਾ ਕਿ ਕੋਈ ਵੀ ਸਰਕਾਰ ਹੈ, ਕੋਈ MLA ਹੈ, ਕੋਈ MP ਹੈ, ਉਹ ਸਮਾਜ ਤੋਂ ਉੱਚਾ ਨਹੀਂ ਹੈ। ਸਮਾਜ ਹੀ ਉਹਨਾਂ ਨੂੰ ਬਣਾਉਣ ਵਾਲਾ ਹੈ। ਸਭ ਤੋਂ ਪਹਿਲਾਂ ਤਾਂ ਹੁਣ ਲੋਕ ਇਸ ਵੇਲੇ ਮੌਕਾ ਹੈ ਕਿ ਲੋਕ ਸੁਚੇਤ ਹੋਣ। ਇਹਨਾਂ ਦੇ ਜਿਹੜੇ ਮੈਨੀਫੈਸਟੋ ਪਹਿਲਾਂ 2017 'ਚ ਦਿਖਾਏ ਗਏ ਨੇ, ਇਹਨਾਂ ਨੂੰ ਸਰਸਬਜ਼ ਦਿਖਾਇਆ ਗਿਆ ਹੈ। ਲੋਕ ਉਹਨਾਂ ਨੂੰ ਪੁੱਛਣ ਕਿ ਉਹ ਮੈਨੀਫੈਸਟੋ ਲੈ ਕੇ ਆਓ ਤੇ ਸਾਨੂੰ ਦੱਸੋ ਉਹਨਾਂ 'ਚੋਂ ਕਿੰਨੇ ਕੁ ਤੁਸੀਂ ਵਾਅਦੇ ਨੇ ਜਿਹੜੇ ਪੂਰੇ ਕੀਤੇ ਨੇ, ਕਿੰਨੇ ਕੁ ਵਾਅਦਿਆਂ ਦੀ ਜਿਹੜੀ ਫਸਲ ਬੀਜੀ ਸੀ ਹੁਣ ਤੱਕ ਨਿਸਰੀ ਹੈ, ਉਹ ਸਾਨੂੰ ਦੱਸੋ। ਪਹਿਲੀ ਗੱਲ, ਲੋਕ ਸੁਚੇਤ ਹੋਣਾ ਜ਼ਰੂਰੀ ਹੈ। ਦੂਸਰਾ ਜਿਹੜਾ ਮੈਂ ਸਮਝਦਾ ਵੀ ਦੇਖੋ, 117 MLA ਨੇ, 23 DC ਨੇ, 23 SSP ਨੇ, 13 MP ਨੇ, 23 CMO ਨੇ ਪੰਜਾਬ ਦੇ। ਘੱਟ ਤੋਂ ਘੱਟ ਸਾਰਿਆਂ ਦੀ ਜੁਆਇੰਟਲੀ ਜ਼ਿੰਮੇਵਾਰੀ ਹੋਵੇ ਨਾ ਇਹਨਾਂ ਦੀ। ਪ੍ਰਬੰਧਕੀ ਜ਼ਿੰਮੇਵਾਰੀ ਸਿਰਫ ਇਹ ਨਹੀਂ ਵੀ ਹੂਟਰ ਮਾਰ ਦਿਓ। ਪ੍ਰਬੰਧਕੀ ਜ਼ਿੰਮੇਵਾਰੀ ਇਹ ਨਹੀਂ ਹੈ ਵੀ ਲੋਕਾਂ ਤੋਂ ਸਲੂਟ ਲਓ। ਪ੍ਰਬੰਧਕੀ ਜ਼ਿੰਮੇਵਾਰੀ ਇਹ ਹੈ ਕਿ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ। ਅਤੇ ਲੋਕਾਂ ਦੇ ਜਿਹੜੇ ਨਸ਼ੇ ਦਾ ਖਾਸ ਤੌਰ 'ਤੇ ਹੈ, ਜੇ ਇਹ ਲੋਕਾਂ ਦੇ ਹਿੱਤਾਂ ਵਾਸਤੇ ਪਹਿਰੇਦਾਰੀ ਕਰਨ ਤਾਂ ਮੈਂ ਸਮਝਦਾ ਵੀ ਜਿਹੜੀ 553 ਕਿਲੋਮੀਟਰ ਸਰਹੱਦ ਤੋਂ ਕਹਿੰਦੇ ਇਹ ਨਸ਼ਾ ਆ ਰਿਹਾ, ਹੁਣ ਤਾਂ ਸਰੇਆਮ ਹੀ ਹੋ ਗਿਆ ਕਿ ਸਰਹੱਦ ਤੋਂ ਨਹੀਂ ਆ ਰਿਹਾ। ਫੈਕਟਰੀਆਂ ਨੇ ਜਿਹੜੀਆਂ ਪੰਜਾਬ 'ਚ ਹੀ ਫੜੀਆਂ ਗਈਆਂ ਨੇ। ਫਿਰ ਵੀ ਜੇ ਮੈਂ ਕਹਿੰਦਾ ਜੇ ਸਰਹੱਦ ਤੋਂ ਆ ਰਿਹਾ, ਦੇਖੋ ਅਸੀਂ ਇਸ ਵਾਸਤੇ ਵੀ ਸਾਨੂੰ ਚੌਕਸੀ ਦੀ ਲੋੜ ਹੈ ਵੀ ਜੇ ਸਰਹੱਦ ਤੋਂ ਆਉਂਦਾ ਹੈ ਤਾਂ ਇਹ ਦੇਖੋ ਉੱਥੇ BSF ਹੈ, ਥਾਂ ਥਾਂ ਦੇ ਉੱਤੇ 5-5 ਫੁੱਟ 'ਤੇ ਗੇਟ ਬਣੇ ਹੋਏ ਨੇ। BSF ਉੱਥੇ ਹੈ, ਨਾਰਕੋਟੈਕਸ ਸੈੱਲ ਉੱਥੇ ਹੈ, ਸਾਡੀ ਪੁਲਿਸ ਉੱਥੇ ਹੈ, CID ਉੱਥੇ ਹੈ, ਕਸਟਮ ਵਿਭਾਗ ਉੱਥੇ ਹੈ। ਇੰਨੇ ਵਿਭਾਗਾਂ ਦੇ ਬਾਵਜੂਦ ਜੇ ਪਾਕਿਸਤਾਨ 'ਚੋਂ ਅੰਦਰ ਨਸ਼ਾ ਆ ਰਿਹਾ, ਕੌਣ ਜ਼ਿੰਮੇਵਾਰ ਹੈ? ਸਾਨੂੰ ਇਹ ਜ਼ਿੰਮੇਵਾਰੀ ਫਿਕਸ ਕਰਨੀ ਪਏਗੀ ਇਸ ਸੰਬੰਧ 'ਚ। ਤੀਸਰਾ ਮੇਰਾ ਜਿਹੜਾ ਹੈਗਾ ਵੀ ਲੋਕਾਂ ਨੂੰ ਸੁਚੇਤ ਹੋਣਾ ਪਏਗਾ। ਇਹਨਾਂ ਦੇ ਜਿਹੜੇ ਪਾਰਲੀਮੈਂਟ 'ਚ, ਅਸੈਂਬਲੀ 'ਚ, ਵਿਧਾਨ ਸਭਾ 'ਚ ਜਿਹੜੇ ਬਿੱਲ ਬਣਦੇ ਨੇ, ਘੱਟ ਤੋਂ ਘੱਟ ਇੱਕ ਬਿੱਲ ਇਹੋ ਜਿਹਾ ਬਣਨਾ ਚਾਹੀਦਾ ਇਹਨਾਂ ਦਾ ਵੀ ਜਿਹੜੇ ਵਾਅਦੇ ਤੁਸੀਂ ਕਰ ਗਏ ਲੋਕਾਂ ਦੇ, ਜੇ ਲੋਕਾਂ ਦੇ ਬਣ ਕੇ ਨਹੀਂ ਰਹੇ ਤਾਂ ਲੋਕਾਂ ਕੋਲ ਇੱਕ ਅਧਿਕਾਰ ਹੋਵੇ ਕਿ ਉਹਨਾਂ ਨੂੰ ਵਾਪਸ ਸੱਦ ਲਿਆ ਜਾਵੇ ਕਿ ਤੁਸੀਂ ਫਿਰ ਅਸੀਂ ਚੁਣਿਆ, ਤੁਹਾਨੂੰ ਚੁਣਿਆ ਕਾਹਦੇ ਵਾਸਤੇ ਹੈ। ਜਿੰਨੀ ਦੇਰ ਇਹ ਸਕੰਜਾ ਇਹਨਾਂ 'ਤੇ ਨਹੀਂ ਕੱਸਿਆ ਜਾਏਗਾ, ਉਨੀ ਦੇਰ ਇਹ ਗੰਭੀਰ ਸਮੱਸਿਆ ਦਾ ਹੱਲ ਨਹੀਂ ਹੋਏਗਾ। ਧੰਨਵਾਦ। ਪਵਾ ਸਾਹਿਬ, ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਅਸੀਂ ਲੋਕਾਂ ਨੂੰ ਚੁਣ ਕੇ ਆਪਣੇ ਨੁਮਾਇੰਦੇ MLA ਜਾਂ MP, ਉਹਨਾਂ ਨੂੰ ਮੰਤਰੀਆਂ ਨੂੰ ਵਿਧਾਨ ਸਭਾ, ਲੋਕ ਸਭਾ, ਰਾਜ ਸਭਾ ਦੇ ਵਿੱਚ ਭੇਜਦੇ ਹਾਂ, ਉਸੇ ਤਰ੍ਹਾਂ ਲੋਕਾਂ ਦੇ ਕੋਲ ਪਾਵਰ ਹੋਣੀ ਚਾਹੀਦੀ ਹੈ। ਜੇਕਰ ਕੋਈ ਸਾਡਾ ਚੁਣਿਆ ਨੁਮਾਇੰਦਾ ਕੰਮ ਨਹੀਂ ਕਰ ਰਿਹਾ ਜਾਂ ਫਿਰ ਜਿਹੜੇ ਵਾਅਦੇ ਕਰਕੇ ਸਾਡੇ ਨਾਲ ਗਿਆ ਸੀ ਉਹਨਾਂ ਵਾਅਦਿਆਂ 'ਤੇ ਖਰਾ ਨਹੀਂ ਉਤਰ ਰਿਹਾ, ਤਾਂ ਲੋਕ ਉਸ ਨੂੰ ਵਾਪਸ ਵੀ ਸੱਦ ਸਕਣ। ਉਸ ਨੂੰ ਪਤਾ ਲੱਗ ਜਾਵੇ ਕਿ ਜਿੰਨਾ ਲੋਕਾਂ ਨੇ ਮੈਨੂੰ ਜਿਹੜੇ ਕੰਮਾਂ ਲਈ ਭੇਜਿਆ ਮੈਂ ਉਹ ਕੰਮ ਨਹੀਂ ਕਰ ਰਿਹਾ, ਤਾਂ ਇਸ ਕਰਕੇ ਮੈਨੂੰ ਵਾਪਸ ਸੱਦ ਲਿਆ। ਤੁਹਾਡੇ ਮੁਤਾਬਕ ਕੀ ਹੱਲ ਹੋ ਸਕਦਾ ਨਸ਼ਿਆਂ ਦਾ? ਕਿਉਂਕਿ ਤੁਸੀਂ ਵੀ ਬਹੁਤ ਗੰਭੀਰਤਾ ਦੀ ਗੱਲ ਕੀਤੀ, ਕਾਨੂੰਨ ਦੀ ਮਹਾਰਤ ਹੈ ਤੁਹਾਨੂੰ, ਤੁਸੀਂ ਦੱਸਿਆ ਕਿ ਕੀ ਸਿਸਟਮ ਚੱਲ ਰਿਹਾ ਕਾਨੂੰਨ ਦੇ ਵਿੱਚ। ਕੀ ਹੱਲ ਹੋਣਾ ਚਾਹੀਦਾ ਤੁਹਾਡੇ ਮੁਤਾਬਕ? ਦਮਨ ਜੀ, ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ, ਸਭ ਤੋਂ ਵੱਡੀ ਗੱਲ ਤਾਂ ਇਹ ਵੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਹੈ। ਅਕਸਰ ਦੇਖਿਆ ਜਾਂਦਾ ਵੱਡੇ ਬੰਦਿਆਂ ਨੂੰ ਫੜਦੇ ਨਹੀਂ, ਛੋਟੇ ਬੰਦਿਆਂ 'ਤੇ ਆ ਕੇ ਦਾਅ ਪਾ ਲੈਂਦੇ ਨੇ, ਜਿਹਦੇ ਨਾਲ ਛੋਟੇ ਬੰਦਿਆਂ ਤੋਂ ਕੋਲ ਸਾਬਤ ਨਹੀਂ ਹੁੰਦਾ ਕੇਸ, ਉਹ ਬਰੀ ਹੋ ਜਾਂਦੇ ਨੇ। ਵੱਡੇ ਬੰਦੇ ਫਿਰ ਉਸੇ ਕੰਮ 'ਤੇ ਲੱਗੇ ਰਹਿੰਦੇ ਨੇ। ਦੂਜੀ ਗੱਲ ਇਹ ਹੈ ਵੀ ਜਿੱਥੇ ਇਹ ਨਕਸ਼ੇ ਦਾ ਕੰਟਰੋਲ ਕਰਨ ਵਾਸਤੇ ਸਰਕਾਰ ਨੂੰ ਪਾਲਿਸੀਆਂ ਸਖਤ ਬਣਾਉਣੀਆਂ ਪੈਣਗੀਆਂ। ਸਰਕਾਰ ਜਿੰਨਾ ਚਿਰ ਸਖਤੀ ਨਾਲ ਕੰਮ ਨਹੀਂ ਕਰੇਗੀ ਉਹਨਾਂ ਚਿਰ ਨਸ਼ੇ ਦਾ ਉਹ ਨਹੀਂ ਹੋ ਸਕੇਗਾ। ਤੀਜੀ ਗੱਲ, ਪੁਲਿਸ ਨੂੰ ਤੇ ਜਿੰਨੇ ਵੀ ਇਸ ਨਾਲ ਲਿੰਕਡ ਆਫੀਸ਼ੀਅਲ ਹੈਗੇ, ਜਿਵੇਂ ਏਜੰਸੀਆਂ ਹੈਗੀਆਂ, ਉਹਨਾਂ ਨੂੰ ਟ੍ਰੇਨਡ ਕਰਨਾ ਪਏਗਾ ਵੀ ਟ੍ਰੇਨਡ ਕਰਕੇ ਪ੍ਰੋਪਰ ਕੇਸ ਉਹਨਾਂ ਦੇ ਦਾਇਰ ਹੋਵੇ, ਪ੍ਰੋਪਰ ਤੇ ਸਹੀ ਕੇਸ ਬਣੇ। ਅਕਸਰ ਅਸੀਂ ਰੋਜ਼ ਕਚਹਿਰੀਆਂ ਦੇਖਦੇ ਹਾਂ, ਬੰਦਾ ਫੜਿਆ ਕੋਈ ਹੁੰਦਾ, ਕੇਸ ਕਿਸੇ 'ਤੇ ਪਾਇਆ ਹੁੰਦਾ, ਫੜਿਆ ਕਿਤੋਂ ਹੁੰਦਾ, ਕੇਸ ਕਿਤੇ ਹੋਰ ਜਾ ਕੇ ਦਿਖਾਇਆ ਹੁੰਦਾ, ਤੇ ਫੜੀ ਕੋਈ ਇੱਕ ਚੀਜ਼ ਹੁੰਦੀ ਹੈ, ਪਤਾ ਨਹੀਂ ਕਿੰਨਾ ਕੁਝ ਦਿਖਾ ਦਿੰਦੇ ਨੇ ਤਾਂ ਕਿ ਆਪਾਂ ਨੂੰ ਕ੍ਰੈਡਿਟ ਮਿਲ ਜੇ। ਉਹ ਦੌੜ ਨਹੀਂ ਹੋਣੀ ਚਾਹੀਦੀ ਇੱਕ ਦੂਜੇ ਦੀ ਵੀ ਅਸੀਂ ਰਿਕਵਰੀ ਕਰ ਲਈ ਜੀ। ਰਿਕਵਰੀ ਦਾ ਇਹ ਹੋਣਾ ਚਾਹੀਦਾ, ਕੰਟਰੋਲ ਕਰੋ, ਇਸ ਦੀ ਕੰਜੰਪਸ਼ਨ ਰੋਕਣ ਦੇ ਜਦੋਂ ਹੋਣੇ ਚਾਹੀਦੇ ਨੇ, ਜਿਹਦੇ ਨਾਲ ਸਹੀ ਬੰਦੇ ਫੜੇ ਜਾਣੇ ਚਾਹੀਦੇ ਨੇ, ਤੇ ਉਹਨਾਂ ਦੇ ਟਾਈਮਲੀ ਐਕਸ਼ਨ ਵੀ ਹੋਣਾ ਚਾਹੀਦਾ। ਜਿਹੜਾ ਬੰਦਾ ਫੜ ਲਿਆ ਉਸ ਤੋਂ ਬਾਅਦ ਤੁਸੀਂ ਉਹਦੀ ਰਿਪੋਰਟ ਤਿਆਰ ਨਹੀਂ ਕਰਵਾਉਂਦੇ, ਉਹਦਾ ਕੈਮੀਕਲ ਰਿਪੋਰਟ ਨਹੀਂ ਮੰਗਵਾਉਂਦੇ, ਉਹਦਾ ਐਡਵਾਂਟੇਜ ਉਹ ਲੈ ਜਾਂਦਾ, ਮੁਲਜ਼ਮ ਫਿਰ ਬਰੀ ਹੋ ਜਾਂਦੇ ਨੇ। ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰੋ, ਇਹਨੂੰ ਇੰਪਲੀਮੈਂਟ ਸਖਤੀ ਨਾਲ ਕਰਵਾਓ, ਬਿਨਾਂ ਕਿਸੇ ਪੱਖਪਾਤ ਤੋਂ ਸਭ ਨਾਲ ਇੱਕੋ ਜਿਹਾ ਟ੍ਰੀਟਮੈਂਟ ਹੋਵੇ, ਫਿਰ ਇਹਦਾ ਇਲਾਜ ਹੋ ਸਕਦਾ। ਬਾਕੀ ਲੋਕਾਂ ਨੂੰ ਆਪ ਨੂੰ ਵੀ ਇਸ ਤੋਂ ਸਾਵਧਾਨੀ ਦੀ ਲੋੜ ਹੈ। ਜਿਵੇਂ ਸ਼ਰਮਾ ਜੀ ਨੇ ਦੱਸਿਆ, ਇਹਦੇ ਕੰਸੀਕੁਐਂਸਿਸ, ਕੋਈ ਕਤਲ ਹੋ ਰਹੇ ਨੇ, ਕੋਈ ਖੁਦਕਸ਼ੀਆਂ ਹੋ ਰਹੀਆਂ ਨੇ, ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਨੇ ਨਸ਼ਿਆਂ 'ਚ ਵੜ ਕੇ। ਉਹ ਲੋਕਾਂ ਨੂੰ ਆਪ ਨੂੰ ਇਸ ਤੋਂ ਇੱਕ ਦੂਜੇ ਨੂੰ ਵੀ ਸਿੱਖਣਾ ਪਊਗਾ, ਨਸੀਹਤ ਦੇਣੀ ਪਊਗੀ। ਇਕੱਲੀ ਸਰਕਾਰ 'ਤੇ ਵੀ ਛੱਡ ਕੇ ਨਹੀਂ ਚੱਲਿਆ ਜਾਏਗਾ ਕੰਮ ਜੀ।
ਸਿੰਗਲਾ ਸਾਹਿਬ, ਤੁਸੀਂ ਵਾਤਾਵਰਣ ਦੀ ਗੱਲ ਕੀਤੀ, ਪਾਣੀਆਂ ਦੇ ਬਹੁਤ ਸਾਰੇ ਅੰਕੜੇ ਸਾਡੇ ਦਰਸ਼ਕਾਂ ਤੱਕ ਰੱਖੇ। ਤੁਸੀਂ ਕੀ ਸਮਝਦੇ ਹੋ ਕਿ ਹੱਲ ਕੀ ਹੈ ਇਸ ਮੁੱਦੇ ਦਾ, ਕਿਉਂਕਿ ਬਹੁਤ ਗੰਭੀਰ ਮੁੱਦਾ ਹੈ। ਤੁਸੀਂ ਦੱਸ ਰਹੇ ਹੋ ਕਿ ਕੁਝ 100 ਕਰੋੜ ਜਿਹੜਾ ਹੈ ਲੀਟਰ ਪਾਣੀ ਪੰਜਾਬ ਦੇ ਲੋਕਾਂ ਦੇ ਕੋਲ ਰਹਿ ਗਿਆ। ਹੱਲ ਕੀ ਹੈ ਤੁਹਾਡੇ ਮੁਤਾਬਕ ਇਸ ਦਾ? ਹਾਂ ਦਮਨ ਜੀ, ਜਿਹੜਾ ਪੀਣਯੋਗ ਪਾਣੀ ਹੈ ਉਹ ਕੇਵਲ 1% ਹੈ ਧਰਤੀ ਦੇ ਉੱਤੇ। ਜਿੰਨਾ ਵੀ ਪਾਣੀ ਦਾ ਭੰਡਾਰ ਹੈਗਾ 71% ਤਾਂ ਸਮੁੰਦਰਾਂ ਦੇ ਵਿੱਚ ਹੀ ਪਿਆ ਹੈਗਾ। ਇਹਦੇ ਜਿਹੜੇ ਢੁਕਵੇਂ ਹੱਲ ਨੇ, ਮੈਂ ਇਹ ਸਮਝਦਾ ਵੀ ਅੱਜ ਸਾਡੀ ਪੰਜਾਬ ਦੀ ਜਿਹੜੀ ਪਾਣੀ ਦੀ ਦੁਰਦਸ਼ਾ ਕੀਤੀ ਹੈ, ਉਹਦੇ 'ਚ ਝੋਨੇ ਦੀ ਫਸਲ ਇੱਕ ਬਹੁਤ ਵੱਡੀ ਫਸਲ ਹੈ। ਡਾਈਵਰਸੀਫਿਕੇਸ਼ਨ ਆਫ ਕ੍ਰਾਪਸ ਹੈ ਜੀ, ਬਦਲਵੀਆਂ ਫਸਲਾਂ ਇਹੀਆਂ ਜੀਆਂ ਬੀਜੀਆਂ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਜਿੰਨਾ ਕੁ ਪ੍ਰੋਫਿਟ ਕਿਸਾਨ ਨੂੰ ਝੋਨੇ ਦੀ ਫਸਲ ਤੋਂ ਬੀਜਣ 'ਤੇ ਮਿਲਦਾ ਹੈਗਾ, ਉਹ ਹੋਰਾਂ ਫਸਲਾਂ ਤੋਂ ਉਹਨਾਂ ਕੁ ਪ੍ਰੋਫਿਟ ਮਿਲੇ। ਇਸ ਕਰਕੇ ਜਿਹੜਾ ਕਿਸਾਨ ਦਾ ਧਿਆਨ ਹੈ ਝੋਨੇ 'ਚੋਂ ਨਿਕਲ ਕੇ ਹੋਰਾਂ ਫਸਲਾਂ ਵੱਲ ਜਾ ਸਕਦਾ ਹੈਗਾ। ਦੂਸਰਾ ਹੈ ਆਪਣੀ ਰੀਹਾਰਵੈਸਟਿੰਗ ਆਫ ਰੇਨੀ ਵਾਟਰਸ। ਜਿਹੜਾ ਮੀਂਹਾਂ ਦਾ ਪਾਣੀ ਹੈ, ਬਰਸਾਤ ਦਾ ਪਾਣੀ ਹੈ, ਉਹਨੂੰ ਸੰਭਾਲ ਕੇ ਅਸੀਂ ਜ਼ਮੀਨ ਦੋਜ ਲੈ ਕੇ ਜਾਈਏ। ਕਿਵੇਂ ਲੈ ਕੇ ਜਾਇਆ ਜਾ ਸਕਦਾ ਉਹ ਤੁਹਾਨੂੰ ਮੈਂ ਦੱਸਦਾ ਵੀ ਪੰਜਾਬ ਦਾ 50,362 ਕਿਲੋਮੀਟਰ ਏਰੀਆ ਹੈਗਾ। 1 ਕਿਲੋਮੀਟਰ ਦੇ ਵਿੱਚ 247.10 ਵਰਗ ਏਕੜ ਜਗ੍ਹਾ ਪੈਂਦੀ ਹੈ। 50,362 ਨੂੰ 247.10 ਨਾਲ ਮਲਟੀਪਲਾਈ ਕਰ ਲਈਏ ਤਾਂ 12.44 ਮਿਲੀਅਨ ਵਰਗ ਏਕੜ ਜਿਹੜਾ ਜ਼ਮੀਨ ਬਣ ਜਾਂਦੀ ਹੈਗੀ। ਜਿਹੜਾ ਪੰਜਾਬ ਦੇ ਵਿੱਚ ਬਾਰਿਸ਼ ਪੈਂਦੀ ਆ ਉਹ ਹੈਗੀ 649 mm। ਜੇ ਉਹਨੂੰ ਫੁੱਟਾਂ 'ਚ ਕਨਵਰਟ ਕਰ ਲਈਏ ਤਾਂ 2.12 ਫੁੱਟ ਪਾਣੀ ਬਣਦਾ ਹੈਗਾ। 12.44 ਮਿਲੀਅਨ ਏਕੜ ਜ਼ਮੀਨ ਨੂੰ ਜੇ ਆਪਣੀ ਬਾਰਿਸ਼ ਨਾਲ 2.12 ਨਾਲ ਮਲਟੀਪਲਾਈ ਕਰ ਲਈਏ ਤਾਂ 26.382 ਮਿਲੀਅਨ ਏਕੜ ਫੁੱਟ ਪਾਣੀ ਸਾਡੇ ਕੋਲ ਹੈ। ਜਿਹੜਾ ਇੰਨਾ ਪਾਣੀ ਹੈ ਵੀ 26 ਮਿਲੀਅਨ ਜ਼ਮੀਨ ਦੇ ਉੱਪਰ 1 ਫੁੱਟ ਜੇ ਖੜਾ ਕਰ ਦਈਏ ਤਾਂ ਉਸ ਪਾਣੀ ਨੂੰ ਜੇ ਅਸੀਂ ਜ਼ਮੀਨ ਦੋਜ ਲੈ ਕੇ ਜਾਈਏ ਤਾਂ ਸਾਡੇ ਪਾਣੀ ਦਾ ਲੈਵਲ ਬਚ ਸਕਦਾ। ਤੀਸਰਾ ਪੁਆਇੰਟ ਇਹ ਹੈ ਸੰਤ ਸੀਚਲ ਮਾਡਲ ਕਰਕੇ ਜੋ ਪੰਜਾਬ ਦੇ ਵਿੱਚ ਜਾਣਿਆ ਜਾਂਦਾ। ਜਿਹੜਾ ਸਾਡਾ ਸੀਵਰੇਜ ਪਲਾਂਟਾਂ ਦੇ ਵਿੱਚ ਦੀ 220 ਕਰੋੜ ਲੀਟਰ ਪਾਣੀ ਜਾ ਰਿਹਾ ਹੈ, ਜਾਂ ਬੁੱਢੇ ਨਾਲੇ ਦਾ 75 ਕਰੋੜ ਲੀਟਰ ਪਾਣੀ ਜਾ ਰਿਹਾ ਹੈਗਾ। ਜੇ ਇਹਦੇ ਸੀਵਰੇਜ ਟਰੀਟਮੈਂਟ ਪਲਾਂਟ ਲਾ ਕੇ ਇਹਦਾ ਜਿਹੜਾ ਸੋਧਿਆ ਹੋਇਆ ਪਾਣੀ ਹੈ ਐਗਰੀਕਲਚਰ ਪਰਪਜ਼ ਵਾਸਤੇ ਦੁਬਾਰਾ ਵਰਤਿਆ ਜਾਵੇ, ਇਸ ਦਾ ਵੀ ਇੱਕ ਬਹੁਤ ਵਧੀਆ ਕਾਰਗਰ ਹੱਲ ਹੈ ਜੀ। ਸ਼ੁਕਰੀਆ ਸਿੰਗਲਾ ਸਾਹਿਬ। ਇਸ ਤੋਂ ਬਾਅਦ ਗੱਲ ਕੀਤੀ ਆਪਾਂ ਨਸ਼ਿਆਂ ਦੇ ਉੱਤੇ, ਗੱਲ ਕੀਤੀ ਵਾਤਾਵਰਨ ਦੀ, ਪਾਣੀਆਂ ਦੀ ਗੱਲ ਕੀਤੀ, ਤੇ ਇੱਕ ਬਹੁਤ ਗੰਭੀਰ ਮੁੱਦਾ ਹੋਰ ਪੰਜਾਬ ਦਾ ਜਿਸ ਦੇ ਉੱਤੇ ਆਪਾਂ ਸਵਰਨਜੀਤ ਦੇ ਨਾਲ ਗੱਲ ਕੀਤੀ ਸੀਗੀ, ਅਨਪੜ੍ਹਤਾ ਦੀ ਗੱਲ ਹੈ, ਬੇਰੁਜ਼ਗਾਰੀ ਦੀ। ਸਵਰਨਜੀਤ ਜੀ, ਤੁਹਾਡੇ ਮੁਤਾਬਕ ਇਹ ਦੋਨੋਂ ਜਿਹੜੀਆਂ ਵੱਡੀਆਂ ਆਪਾਂ ਕਹਿ ਲਈਏ ਸਮੱਸਿਆਵਾਂ, ਅਨਪੜ੍ਹਤਾ ਤੇ ਬੇਰੁਜ਼ਗਾਰੀ, ਇਸ ਦਾ ਹੱਲ ਕੀ ਹੈ ਪੰਜਾਬ ਦੇ ਵਿੱਚ? ਰਾਜਨੀਤਿਕ ਪਾਰਟੀਆਂ ਤਾਂ ਇਸ ਵੇਲੇ ਘਿਓ ਖੰਡ ਚੀਨੀ ਦੇ ਰਹੀਆਂ ਨੇ, 1000 ਰੁਪਏ 2000 ਰੁਪਏ ਮਹੀਨਾ ਦੇ ਰਹੀਆਂ ਨੇ, ਤੇ ਬੇਰੁਜ਼ਗਾਰੀ ਅਨਪੜ੍ਹਤਾ ਜਿਹੜੀ ਆ ਉਹ ਪੰਜਾਬ ਦੇ ਵਿੱਚੋਂ ਕਿਸ ਤਰ੍ਹਾਂ ਖਤਮ ਹੋਏਗੀ? ਦਮਨ ਜੀ, ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਇਹ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਸਰਕਾਰ ਨੂੰ ਆਪਣੀਆਂ ਨੀਤੀਆਂ ਨੇ ਜਿਹੜੀਆਂ, ਇਹਨਾਂ ਪਾਰਟੀਆਂ ਲੋਕ ਵਾਅਦਾ ਲੈਣ ਵੀ ਜਿਹੜੀ ਹਰ ਚੀਜ਼ ਨੂੰ ਅਸੀਂ ਪ੍ਰਾਈਵੇਟ ਹੱਥਾਂ 'ਚ ਦੇਣਾ, ਇਹਨੂੰ ਬੰਦ ਕਰਨਾ ਹੋਊਗਾ। ਖਾਸ ਕਰ ਜਿਹੜੀਆਂ ਸੇਵਾਵਾਂ ਨੇ, ਸਿਹਤ ਅਤੇ ਸਿੱਖਿਆ, ਇਹਨਾਂ ਨੂੰ ਜ਼ਰੂਰ ਆਪਣੇ ਹੱਥ 'ਚ ਲੈ ਕੇ। ਇਸ ਵੇਲੇ ਇਹ ਹਾਲਤ ਹੈ ਵੀ ਜਿਹੜਾ ਹੈਗਾ ਲੋਕਾਂ ਕੋਲ ਡਿਗਰੀਆਂ ਨੇ, ਸਕਿੱਲ ਨਹੀਂ ਹੈਗਾ, ਜਿਹਦੇ ਕਰਕੇ ਸਾਡੇ ਡਿਗਰੀਆਂ ਵਾਲੇ ਲੋਕ ਵੀ ਵਧੀਆ ਰੁਜ਼ਗਾਰ ਨਹੀਂ ਲੈ ਸਕਦੇ। ਮਤਲਬ ਕਿ ਇੱਕ ਵਧੀਆ ਸਕਿੱਲ ਦੇਣੀ ਲੋਕਾਂ ਨੂੰ, ਅਤੇ ਉਹ ਵੀ ਸਰਕਾਰ ਦੇਵੇ, ਅਤੇ ਦੇਵੇ ਵੀ ਮੁਫਤ, ਤਾਂ ਕਿ ਲੋਕ ਤਾਂ ਪਹਿਲਾਂ ਸਕਿੱਲ ਹੀ ਨਹੀਂ ਲੈ ਸਕਦੇ, ਫਿਰ ਰੁਜ਼ਗਾਰ ਕਿੱਥੋਂ ਲੈਣਗੇ ਉਹ। ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਸਕਿੱਲ ਦੇਣੀ। ਸਕਿੱਲ ਦੇਣ ਵਾਸਤੇ ਬਹੁਤ ਜ਼ਰੂਰੀ ਹੈ। ਦੂਜੀ ਗੱਲ ਜਿਹੜੀ ਹੈਗੀ ਹੈ, ਸਰਕਾਰ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਮਸਲਾ ਹੈ ਉਹ ਹੁੰਦਾ ਵੀ ਜਿਹੜਾ ਹੈਗਾ ਇਨਵੈਸਟਮੈਂਟ, ਪਬਲਿਕ ਇਨਵੈਸਟਮੈਂਟ ਕਰਨਾ। ਉਹ ਸਿਹਤ 'ਚ ਵੀ ਕਰਨੀ ਹੈ, ਸਿੱਖਿਆ 'ਚ ਵੀ ਕਰਨੀ ਹੈ, ਹੋਰ ਥਾਂ 'ਤੇ ਵੀ ਕਰਨੀ ਹੈ। ਪਬਲਿਕ ਇਨਵੈਸਟਮੈਂਟ ਜਦੋਂ ਹੋਊਗੀ, ਅੱਜ ਆਪਾਂ ਦੇਖਦੇ ਹਾਂ ਕਿ ਐਡਾ ਵੱਡਾ ਸੰਗਰੂਰ ਹੈ, ਇਹਦੇ ਜਦੋਂ ਹਸਪਤਾਲ 'ਚ ਆਪਾਂ ਦੇਖਦੇ ਹਾਂ, ਉੱਥੇ ਡਾਕਟਰਾਂ ਦੀ ਗਿਣਤੀ ਦੇਖਦੇ ਹਾਂ, ਪੈਰਾਮੈਡਿਕਸ ਦੀ ਗਿਣਤੀ ਦੇਖਦੇ ਹਾਂ, ਤਾਂ ਸਾਨੂੰ ਐਂ ਲੱਗਦਾ ਕਿ ਜਿਹੜਾ ਹੈਗਾ ਜੇਕਰ ਸਾਰੇ ਲੋਕ ਹਸਪਤਾਲ ਜਾਣ ਲੱਗ ਜਾਣ ਤਾਂ ਉਹਨਾਂ ਨੂੰ ਮਹੀਨਿਆਂ ਬੱਧੀ ਅਪਾਇੰਟਮੈਂਟ ਮਿਲੂਗੀ। ਇਹ ਹਾਲਤ ਹੈ, ਅਤੇ ਫਿਰ ਜਿਹੜੀ ਹੈਗੀ ਹੈ ਉਹਨਾਂ ਤੋਂ ਹੋਰ ਡਿਊਟੀਆਂ ਲੈਣੀਆਂ, ਅਤੇ ਇਹ ਸਾਰਾ ਕੁਛ ਹੈ ਜਿਹੜਾ ਇਹਨੂੰ ਰੈਸ਼ਨਲਾਈਜ਼ ਕਰਨ ਦੀ ਲੋੜ ਹੈ। ਵੱਖ-ਵੱਖ ਥਾਂ 'ਤੇ ਛੋਟੇ ਸੈਂਟਰ ਖੋਲ੍ਹ ਕੇ, ਹੋਰ ਖੋਲ੍ਹ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਵੀ ਲੋੜ ਹੈ, ਅਤੇ ਲੋਕਾਂ ਨੂੰ ਸਰਵਿਸ ਦੇਣ ਦੀ, ਇਹਦੇ ਵਾਸਤੇ ਇਨਵੈਸਟਮੈਂਟ ਕਰਨ ਦੀ ਲੋੜ ਹੈ। ਇਸ ਤਰ੍ਹਾਂ ਹੀ ਸਕੂਲਾਂ ਦੇ ਵਿੱਚ, ਇਸ ਤਰ੍ਹਾਂ ਹੀ ਹਾਇਰ ਐਜੂਕੇਸ਼ਨ 'ਚ ਵੀ ਸਰਕਾਰ ਆਪਦੀ ਇਨਵੈਸਟਮੈਂਟ ਕਰੇ। ਇਹ ਨਾ ਵੀ ਜਿਹੜਾ ਹੈਗਾ 20-20 ਸਾਲ ਤੱਕ ਲੈਕਚਰ ਵੀ ਭਰਤੀ ਨਾ ਹੋਣ। ਇਹ ਜਿਹੜਾ ਮਸਲਾ ਹੈ, ਕਿਉਂਕਿ ਪੰਜਾਬ 'ਚ ਇਸ ਵੇਲੇ ਗ੍ਰੈਜੂਏਟ ਤੋਂ ਉੱਪਰ, ਜੇ ਕਹ ਲਈਏ ਗ੍ਰੈਜੂਏਟ 3 ਲੱਖ ਨੌਜਵਾਨ ਹੈ ਜਿਹੜਾ ਰੁਜ਼ਗਾਰ ਭਾਲਦਾ ਹੈ,
ਤੇ ਸਰਕਾਰ ਈਜ਼ਲੀ ਸਾਰਿਆਂ ਨੂੰ, ਜੇਕਰ ਇਹਦੀ ਨੀਤ ਹੋਵੇ ਤਾਂ ਉਹ ਲੋਕਾਂ ਨੂੰ ਜਿਹੜਾ ਹੈਗਾ ਹੈ ਕੀਤਾ ਜਾ ਸਕਦਾ ਹੈ ਐਡਜਸਟ। ਇਹ ਨਹੀਂ ਕੀਤਾ ਨਹੀਂ ਜਾ ਸਕਦਾ, ਪਰ ਸਰਕਾਰ ਦੀ ਨੀਤ ਨਹੀਂ, ਕਿਉਂਕਿ ਉਹ ਇਨਵੈਸਟਮੈਂਟ ਨਹੀਂ ਕਰਦੀ, ਆਪਣੀ ਇਨਵੈਸਟਮੈਂਟ ਨਹੀਂ ਕਰਦੀ। ਇਨਵੈਸਟਮੈਂਟ ਤਾਂ ਨਹੀਂ ਕਰਦੀ ਕਿਉਂਕਿ ਸਾਰਾ ਕੁਛ ਕਰਪਸ਼ਨ ਬਹੁਤ ਜ਼ਿਆਦਾ ਹੈ, ਜਿਹੜਾ ਹੈਗਾ ਲੀਕੇਜ ਬਹੁਤ ਜ਼ਿਆਦਾ ਹੈ, ਟੈਕਸ ਆਉਂਦੇ ਘੱਟ ਨੇ, ਬਾਹਰ ਬਹੁਤ ਜਾਂਦੇ ਨੇ। ਇਹ ਚੀਜ਼ਾਂ ਨੇ, ਇਹਨਾਂ ਨੂੰ ਰੋਕਣਾ ਹੋਊਗਾ ਸਰਕਾਰ ਨੂੰ। ਦੂਜੀ ਗੱਲ ਹੈ ਪਬਲਿਕ ਜਿਹੜੀ ਹੈਗੀ ਪ੍ਰਾਈਵੇਟ ਇਨਵੈਸਟਮੈਂਟ ਦੀ, ਭਾਵੇਂ ਉਹਦੇ ਵਿੱਚ ਵੀ ਆਪਾਂ ਕਹਿ ਲਈਏ ਕਿ ਵੱਡੀ ਪੱਧਰ 'ਤੇ ਜਿਹੜਾ ਹੈਗਾ ਇੱਕ ਸਰਵਿਸ ਸੈਕਟਰ 'ਚ, ਜਿਵੇਂ IT ਸੈਕਟਰ ਹੈ, ਸਰਕਾਰ ਉਹ ਤੋਂ ਵੀ ਹੱਥ ਖਿੱਚ ਗਈ। ਕਿੱਡੇ ਵੱਡਾ ਰੁਜ਼ਗਾਰ ਦਾ ਸਾਧਨ ਹੈ ਉਹ। ਇਸ ਤਰ੍ਹਾਂ ਹੀ ਦੂਜਾ ਸੈਕਟਰ ਹੈ ਜਿਹੜਾ ਸਾਡਾ ਕੋਰ ਸੈਕਟਰ, ਜਿਵੇਂ ਕਹਿੰਦੇ ਸੜਕਾਂ ਬਣਾਉਣੀਆਂ ਅਸੀਂ ਇਰੀਗੇਸ਼ਨ ਦਾ ਪ੍ਰਬੰਧ ਕਰਨਾ ਹੈ, ਅਸੀਂ ਹੋਰ ਇਸ ਕਿਸਮ ਦੇ ਜਿਹੜੇ ਪ੍ਰਬੰਧ ਨੇ ਉਹਦੇ ਵਿੱਚੋਂ ਵੀ ਸਰਕਾਰ ਆਪਣਾ ਹੱਥ ਖਿੱਚ ਗਈ। ਮਤਲਬ ਇਹ ਸਾਰਾ ਕੁਛ ਹੈ ਜਿਹੜਾ, ਜੇ ਆਪ ਨਹੀਂ ਕਰਨਾ ਤਾਂ ਉਹ ਸਰਕਾਰ ਜਿਹੜੀ ਹੈਗੀ ਇਨਵੈਸਟਮੈਂਟ ਵਧਾਵੇ ਤਾਂ ਕਿ ਜਿਹੜਾ ਹੈਗਾ ਲੋਕਾਂ ਨੂੰ ਰੁਜ਼ਗਾਰ ਮਿਲੇ। ਇਹ ਬਹੁਤ ਹੀ ਜ਼ਰੂਰੀ ਹੈ ਤੇ ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਰਕਾਰ ਦੀ ਬਿਲ ਪਾਵਰ, ਇਹ ਨੀਤੀਆਂ ਨੇ ਜਿਹੜੀਆਂ ਸਿਰਫ ਤੇ ਸਿਰਫ ਠੇਕੇਦਾਰੀ ਵਾਲੀਆਂ ਨੇ, ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਨੇ। ਉਦੋਂ ਬਾਅਦ ਸਭ ਤੋਂ ਵੱਡੀ ਗੱਲ ਹੈ ਕਿਹਨੂੰ ਫਾਇਦਾ ਕਿਹਨੂੰ ਦੇਣਾ ਹੈ। ਐਗਰੀਕਲਚਰ ਦੇ ਵਿੱਚ ਸਰਕਾਰ ਕਾਨੂੰਨ ਬਣਾ ਕੇ ਕਾਰਪੋਰੇਟਰ ਨੂੰ ਤਾਂ ਦੇਣਾ ਚਾਹੁੰਦੀ ਹੈ, ਪਰ ਉਹਦੇ ਦੀ ਥਾਂ 'ਤੇ ਜੇ ਸਰਕਾਰ ਸਕਿੱਲ ਡਿਵੈਲਪਮੈਂਟ ਕਰਕੇ, ਖੇਤੀ ਦੇ ਵਿੱਚ ਇਨਵੈਸਟਮੈਂਟ ਕਰਕੇ, ਜਿਹੜਾ ਡਾਈਵਰਸੀਫਿਕੇਸ਼ਨ ਵੀ ਕਰੇ, ਵੱਖ-ਵੱਖ ਚੀਜ਼ਾਂ ਬੀਜ ਕੇ ਉੱਥੇ ਕੋਲਡ ਸਟੋਰ ਵੀ ਹੋਣ, ਉੱਥੇ ਪੈਕਿੰਗ ਜਿਹੜੇ ਹੈਗੇ ਨੇ ਹਾਊਸ ਵੀ ਹੋਣ, ਉੱਥੇ ਵੇਅਰ ਹਾਊਸ ਵੀ ਹੋਣ, ਉੱਥੇ ਅਗਰ ਇਸ ਇੰਡਸਟਰੀ ਵੀ ਹੋਵੇ। ਜਿਹੜਾ ਇਹ ਕਹਿੰਦੇ ਨੇ ਜਿਹੜਾ ਹੈਗਾ ਵੀ ਆਤਮ ਨਿਰਭਰ ਭਾਰਤ ਜਿਹੜਾ ਹੈਗਾ ਉਹ ਹੈਗਾ ਕੁਝ ਵਿਸ਼ੇਸ਼ ਕਾਰਪੋਰੇਟ ਘਰਾਣਿਆਂ ਨੂੰ ਸਾਰੇ ਭਾਰਤ ਦਾ ਜੁੰਮਾ ਦੇ ਕੇ ਬਾਕੀਆਂ ਤੋਂ ਸਾਰਾ ਕੁਝ ਖੋਹਣਾ, ਬਹੁਤ ਹੀ ਤਰੀਕੇ ਸਿਰ ਜਾਂ ਚਲਾਕੀ ਨਾਲ ਜਿਹੜਾ ਹੈਗਾ ਕੁਛ ਦਾ ਏਕਾਧਿਕਾਰ ਕਰਨਾ। ਉਹਦੀ ਥਾਂ 'ਤੇ ਜੇ ਪਿੰਡ ਨੂੰ ਆਤਮ ਨਿਰਭਰ ਬਣਾਇਆ ਜਾਵੇ, ਉੱਥੋਂ ਦੇ ਲੋਕਾਂ ਨੂੰ ਆਤਮ ਨਿਰਭਰ ਬਣਾਇਆ ਜਾਵੇ, ਉੱਥੇ ਹੀ ਸਾਰਾ ਕੁਝ ਹੋਵੇ ਤਾਂ ਸਾਰਾ ਰੁਜ਼ਗਾਰ ਖੇਤੀਬਾੜੀ 'ਚ ਜਿਹੜੇ ਬਹੁਤ ਜ਼ਿਆਦਾ ਹੈਗਾ ਉਹ ਕੀਤਾ ਜਾ ਸਕਦਾ ਹੈ। ਅਤੇ ਬਹੁਤ ਕੁਛ ਹੈ, ਮੀਟ ਹੈ ਜਿਹੜਾ ਹੈਗਾ ਪਾਲਿਆ ਜਾ ਸਕਦਾ ਹੈ, ਹੋਰ ਕੁਛ ਕੀਤਾ ਜਾ ਸਕਦਾ, ਬਹੁਤ ਕੁਛ ਹੈ ਜਿਹੜਾ ਕੀਤਾ ਜਾ ਸਕਦਾ ਹੈ। ਪਰ ਇਹ ਜਿਹੜੀਆਂ ਸਾਡੀਆਂ ਸਰਕਾਰਾਂ ਨੇ, ਇਹਨਾਂ ਦਾ ਧਿਆਨ ਸਿਰਫ ਤੇ ਸਿਰਫ ਜਿਹੜਾ ਹੈਗਾ ਪਾਲਿਸੀ ਬਣਾ ਕੇ ਕੁਛ ਫੰਡ ਨੇ ਜਿਹੜੇ ਆਏ ਉਹਨਾਂ ਨੂੰ ਖਰਚਣ ਤੱਕ ਰਹਿੰਦਾ ਹੈ, ਨਾ ਕਿ ਕੋਈ ਲੋਕਾਂ ਦਾ ਭਲਾ ਕਰਨ ਤੱਕ ਰਹਿੰਦਾ ਹੈ। ਬਹੁਤ ਧੰਨਵਾਦ। ਤੁਸੀਂ ਦੇਖ ਰਹੇ ਸੀ ਕਿ ਵੱਖ-ਵੱਖ ਜਿਹੜੇ ਮੁੱਦੇ ਆ, ਪੰਜਾਬ ਦੇ ਗੰਭੀਰ ਮੁੱਦੇ ਇਸ ਵੇਲੇ, ਭਾਵੇਂ ਸਿਹਤ ਹੋਵੇ, ਸਿੱਖਿਆ ਹੋਵੇ, ਗਰੀਬੀ ਹੋਵੇ, ਅਨਪੜ੍ਹਤਾ ਹੋਵੇ ਜਾਂ ਫਿਰ ਨਸ਼ਿਆਂ ਦਾ ਮੁੱਦਾ ਹੋਵੇ, ਉਹਨਾਂ ਮੁੱਦਿਆਂ ਨੂੰ ਲੈ ਕੇ ਸਾਡੇ ਵਿਸ਼ੇਸ਼ ਮਹਿਮਾਨਾਂ ਨੇ, ਬੁੱਧੀਜੀਵੀਆਂ ਨੇ, ਵੱਖ-ਵੱਖ ਵਰਗਾਂ ਦੇ ਨਾਲ ਸੰਬੰਧ ਰੱਖਦਿਆਂ ਨੇ ਬਹੁਤ ਬੇਬਾਕੀ ਦੇ ਨਾਲ ਤੇ ਅੰਕੜਿਆਂ ਦੇ ਨਾਲ ਜਿਹੜੇ ਨੇ ਸਾਡੇ ਸਾਹਮਣੇ ਸਾਰੀਆਂ ਗੱਲਾਂ ਰੱਖੀਆਂ ਨੇ ਤੇ ਉਹਨਾਂ ਦੇ ਹੱਲ ਵੀ ਜਿਹੜੇ ਨੇ ਉਹ ਖੁਦ ਹੀ ਉਹਨਾਂ ਨੇ ਦੱਸੇ ਨੇ। ਪਰ ਦੇਖਣਾ ਹੁਣ ਇਹ ਹੋਵੇਗਾ ਕਿ ਸਾਡੀਆਂ ਸਰਕਾਰਾਂ ਜਾਂ ਫਿਰ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਲੋਕਾਂ ਨੂੰ ਮੁਫਤ ਆਟਾ, ਦਾਲ, ਚੀਨੀ ਜਾਂ ਫਿਰ ਘਿਓ, ਖੰਡ ਦੇਣ ਤੱਕ ਹੀ ਸੀਮਤ ਰਹਿਣਗੀਆਂ ਜਾਂ ਫਿਰ ਜਿਹੜੇ ਇਹ ਗੰਭੀਰ ਮੁੱਦੇ ਆ ਪੰਜਾਬ ਦੇ, ਉਹਨਾਂ ਦੇ ਵੱਲ ਵੀ ਉਹਨਾਂ ਦਾ ਧਿਆਨ ਜਾਵੇਗਾ। ਉਹ ਕੀ ਸਵੇਰ ਦੇ ਖੇਡੀ ਜਾਂਦੇ ਹੋ ਤੁਸੀਂ? ਉਹ ਬਸ ਕਰੋ, ਪੜ੍ਹ ਵੀ ਲਓ ਹੁਣ। ਚੀਟਰ ਝੂਠਾ ਕਿਸੇ ਥਾਂ ਦਾ ਐਵੇਂ ਚੀਟਿੰਗ ਕਰਕੇ ਜਿੱਤਦਾ ਰਹਿੰਦਾ। ਸੋ ਮੈਨੂੰ ਮੈਂ ਕੋਈ ਚੀਟਿੰਗ ਨਹੀਂ ਕੀਤੀ। ਉਹ ਆਤਾ ਝੂਠੀਆਂ ਕਸਮਾਂ ਖਾਈ ਜਾਂਦਾ ਹੈ। ਧੋਖੇਬਾਜ਼ ਕਿਸੇ ਥਾਂ ਦਾ ਪਾਪ ਲੱਗੂ ਪਾਪ। ਉਹ ਕੱਪੂ ਤੂੰ ਐਵੇਂ ਇੰਨੀਆਂ ਝੂਠੀਆਂ ਸੌਵਾਂ ਕਿਉਂ ਖਾਈ ਜਾਣਾ? ਮੈਂ ਸੋ ਖਾਦੀ ਤਾਂ ਤੁਹਾਨੂੰ ਇੰਨੀ ਪੀੜ ਹੋ ਗਈ। ਆਹ ਸਰਕਾਰ ਨੇ ਇੰਨੀਆਂ ਸੋਹਾ ਖਾਦੀਆਂ, ਵਾਅਦੇ ਕੀਤੇ, ਉਹਨਾਂ ਦਾ ਕੀ? ਕਿਹਾ ਸੀ ਘਰ ਘਰ ਰੋਜ਼ਗਾਰ ਮਿਲੂਗਾ, ਦਿੱਤੀਆਂ ਘਰ ਘਰ ਨੌਕਰੀਆਂ। ਮੇਰਾ ਵੀਰਾ ਹੁਣ ਵੀ ਧੱਕੇ ਖਾਂਦਾ, ਨਾਲੇ ਨਸ਼ੇ ਕਰਦਾ। ਨਸ਼ਾ ਖਤਮ ਕਰਨ ਦੀ ਵੀ ਤਾਂ ਸਹੁੰ ਖਾਦੀ ਸੀ ਇਹਨਾਂ ਨੇ। ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀ ਸਹੁੰ, ਹੋ ਗਏ ਸਭ ਦੇ ਸਾਰੇ ਕਰਜ਼ੇ ਮਾਫ। ਬਾਪੂ ਦੇ ਤਾਂ ਖੇਤ ਵੀ ਬੈਂਕ ਵਾਲੇ ਲੈ ਗਏ। ਇਸ ਕਾਂਗਰਸ ਸਰਕਾਰ ਤੋਂ ਕਿਉਂ ਨਹੀਂ ਜਵਾਬ ਮੰਗਦੇ?